ਇਹ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਗੱਲ ਜਮਹੂਰੀਅਤ ਦੀ ਕਰਦੇ ਹਾਂ। ਸੋ ਭਾਰਤ ਨੂੰ ਇੱਕ ਬਹੁਤ ਵੱਡਾ ਜਮਹੂਰੀ ਦੇਸ਼ ਮੰਨਿਆ ਜਾਂਦਾ ਹੈ। ਸੋ ਅੱਜ ਦਾ ਜਿਹੜਾ ਪੰਜਾਬੀ ਟ੍ਰਿਬਿਊਨ ਹੈ ਉਸ ਦਾ ਐਡੀਟੋਰੀਅਲ ਜੋ ਹੈ ਉਹ ਵੀ ਇਸੇ ਚੀਜ਼ ਨਾਲ ਹੀ ਸੰਬੰਧਿਤ ਹੈ। ਸੋ ਅੱਜ ਦੇ ਐਡੀਟੋਰੀਅਲ ਦੇ ਵਿੱਚ ਜਿਵੇਂ ਕਿਹਾ ਗਿਆ ਕਿ ਦੇਸ਼ ਦੀ ਕੇਂਦਰੀ ਸਰਕਾਰ ਦੇ ਮੰਤਰੀ ਬਿਹਾਰ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਨਹੀਂ ਥੱਕਦੇ। ਸੋ ਦੂਸਰੇ ਪਿਛਲੇ ਕੁਝ ਦਿਨਾਂ ਵਿੱਚ ਕੌਮਾਂਤਰੀ ਮੰਚ ਤੇ ਇਹ ਵਿਚਾਰ ਪ੍ਰਗਟਾਏ ਜਾ ਰਹੇ ਸਨ ਕਿ ਭਾਰਤ ਵਿੱਚ ਜਮਹੂਰੀਅਤ ਨੂੰ ਖੋਰਾ ਲੱਗ ਰਿਹਾ। ਸੋ ਭਾਜਪਾ ਹਮੇਸ਼ਾ ਹੀ ਆਪਣੇ ਆਪ ਨੂੰ ਜਮਹੂਰੀਅਤ ਦੇ ਹੱਕ 'ਚ ਖੜਾਉਣ ਵਾਲੀ ਪਾਰਟੀ ਵਜੋਂ ਤਾਂ ਪੇਸ਼ ਕਰਦੀ ਰਹੀ ਹੈ ਤੇ ਐਮਰਜੈਂਸੀ ਦੌਰਾਨ ਜਦੋਂ ਇਹ ਜਨਸੰਘ ਸੀ ਉਸ ਤੋਂ ਬਾਅਦ ਜੋ ਭਾਰਤੀ ਜਨਤਾ ਪਾਰਟੀ ਬਣ ਗਈ ਇਹਦੇ ਆਗੂਆਂ ਦੇ ਸੰਘਰਸ਼ ਦਾ ਜ਼ਿਕਰ ਵੀ ਵੱਧ ਚੜ ਕੇ ਕੀਤਾ ਜਾਂਦਾ ਹੈ ਤੇ ਰਾਸ਼ਟਰੀ ਸਵੈਂ ਸੇਵਕ ਸੰਘ ਜਿਹਨੂੰ RSS ਕਹਿੰਦੇ ਕਿ ਉਹ ਵੀ ਐਮਰਜੈਂਸੀ ਦੌਰਾਨ ਆਪਣੀ ਭੂਮਿਕਾ ਨੂੰ ਵੀ ਚਿਤਾਰਨੋਂ ਨਹੀਂ ਹਟਦਾ, ਜਦੋਂ ਕਿ ਇਸ ਦੇ ਆਲੋਚਕਾਂ ਦਾ ਕਹਿਣਾ ਕਿ ਸੰਘ ਦੇ ਆਗੂ ਗੁਪਤ ਰੂਪ ਵਿੱਚ ਉਸ ਵਕਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਅੰਦਰ ਖਾਤੇ ਗੱਲਾਂ ਬਾਤਾਂ ਵੀ ਕਰਦੇ ਰਹੇ ਨੇ। ਸੋ ਪਿਛਲੇ ਦਿਨੀ ਯੂਨਾਈਟਿਡ ਨੇਸ਼ਨ ਦੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਮਿਸ਼ੈਲ ਬਾਚਲੇਟ ਨੇ ਭਾਰਤ ਵਿੱਚ ਜਮਹੂਰੀ ਹੱਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ, ਸੰਸਥਾਵਾਂ ਅਤੇ ਕਾਰਕੁਨਾਂ ਤੇ ਗੈਰ ਸਰਕਾਰੀ ਸੰਸਥਾਵਾਂ ਤੇ ਲਾਈਆਂ ਗਈਆਂ ਪਾਬੰਦੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਇਸ ਸੰਬੰਧੀ ਵਿਦੇਸ਼ਾਂ ਤੋਂ ਲਏ ਜਾਣ ਵਾਲੇ ਮਾਇਕ ਸਹਾਇਤਾ ਦੇ ਕਾਨੂੰਨ ਫਾਰਨ ਕੰਟਰੀਬਿਊਸ਼ਨ ਰੈਗੂਲੇਸ਼ਨਰੀ ਐਕਟ FCRA ਵਿੱਚ ਕੀਤੀ ਗਈ ਸੋਧ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ। ਇਸ ਸੋਧ ਕਾਰਨ ਸੰਸਥਾਵਾਂ ਦੇ ਕੰਮ ਕਰਨ ਵਿੱਚ ਮੁਸ਼ਕਲਾਂ ਆਉਣਗੀਆਂ। ਕੁਝ ਸਮਾਂ ਪਹਿਲਾਂ ਮਸ਼ਹੂਰ ਕੌਮਾਂਤਰੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਭਾਰਤ ਵਿੱਚ ਆਪਣੇ ਦਫ਼ਤਰ ਬੰਦ ਕਰ ਦਿੱਤੇ ਸਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹੀ ਦੋਸ਼ ਲਾਉਂਦਿਆਂ ਕਿਹਾ ਸੀਗਾ ਕਿ ਸੰਸਥਾ ਨੇ FCRA ਦੀ ਉਲੰਘਣਾ ਕੀਤੀ ਹੈ। ਸੰਸਥਾ ਦੇ ਸਾਰੇ ਬੈਂਕ ਖਾਤੇ ਫਰੀਜ਼ ਕਰ ਦਿੱਤੇ ਗਏ। ਇਸ ਸੰਸਥਾ ਦੀ ਨੀਂਹ 1961 ਵਿੱਚ ਲੰਡਨ ਦੇ ਮਸ਼ਹੂਰ ਵਕੀਲ ਪੀਟਰਸਨ ਤੇ ਲੂਈਸ ਕਰਟਨ ਅਤੇ ਇੱਕ ਧਾਰਮਿਕ ਸੰਸਥਾ ਵਿੱਚ ਕੰਮ ਕਰਨ ਵਾਲੇ ਕਾਰਕੁਨ ਐਰਿਕ ਬੇਕਰ ਨੇ ਰੱਖੀ ਸੀ। ਸੰਸਥਾ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵੱਲੋਂ ਪਾਸ ਮਨੁੱਖੀ ਅਧਿਕਾਰਾਂ ਬਾਰੇ ਵਿਸ਼ਵ ਵਿਆਪੀ ਐਲਾਨਨਾਮੇ ਨੂੰ ਆਪਣੇ ਕਾਰਜ ਖੇਤਰ ਦਾ ਆਧਾਰ ਬਣਾਇਆ। ਵੱਖ-ਵੱਖ ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਨੂੰ ਦਬਾਉਣ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਜੇ ਗੱਲ 1977 ਦੀ ਕਰੀਏ ਤਾਂ ਇਸ ਸੰਸਥਾ ਨੂੰ ਨੋਬਲ ਅਮਨ ਇਨਾਮ ਵੀ ਦਿੱਤਾ ਗਿਆ ਸੀ। ਜਮਹੂਰੀ ਹੱਕਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਮਾਹਿਰਾਂ ਦੇ ਮੁਤਾਬਕ ਇਸ ਸੰਸਥਾ ਨੂੰ ਇਸ ਦੀਆਂ ਜੰਮੂ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਸਥਿਤੀ ਅਤੇ ਫਰਵਰੀ 2020 ਵਿੱਚ ਦਿੱਲੀ ਵਿੱਚ ਹੋਈ ਹਿੰਸਾ ਬਾਰੇ ਜਾਰੀ ਕੀਤੀਆਂ ਰਿਪੋਰਟਾਂ ਕਾਰਨ ਹੀ ਨਿਸ਼ਾਨਾ ਬਣਾਇਆ ਗਿਆ। ਹੁਣ ਇੱਕ ਹੋਰ ਕੌਮਾਂਤਰੀ ਸੰਸਥਾ ਵੀ-ਡੈਮ ਇੰਸਟੀਚਿਊਟ ਨੇ ਜਮਹੂਰੀਅਤ ਬਾਰੇ ਡੈਮੋਕ੍ਰੇਸੀ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਹੈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਜਮਹੂਰੀਅਤ ਨੂੰ ਖੋਰਾ ਲੱਗ ਰਿਹਾ। ਭਾਰਤ ਵਿੱਚ ਵੀ ਅਜਿਹੇ ਰੁਝਾਨ ਪ੍ਰਤੱਖ ਦਿਖਾਈ ਨਜ਼ਰ ਦੇ ਰਹੇ ਨੇ। ਇਸੇ ਤਰ੍ਹਾਂ ਨੋਬਲ ਇਨਾਮ ਵਿਜੇਤਾ ਪ੍ਰਸਿੱਧ ਅਰਥ ਸ਼ਾਸਤਰੀ ਅਮਰਤਿਆ ਸੇਨ ਨੇ ਦ ਗਾਰਡੀਅਨ ਅਖਬਾਰ ਵਿੱਚ ਲਿਖੇ ਲੇਖ ਵਿੱਚ ਅਜਿਹੀ ਚਿੰਤਾ ਜ਼ਾਹਰ ਕੀਤੀ ਹੈ। ਸੇਨ ਨੇ ਗੈਰ ਕਾਨੂੰਨੀ ਗਤੀਵਿਧੀਆਂ ਕਾਨੂੰਨ ਜਿਹਨੂੰ ਕਹਿ ਦਿੰਦੇ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ, ਜਿਹਨੂੰ UPA ਵੀ ਕਿਹਾ ਜਾਂਦਾ, ਦੀ ਗਲਤ ਵਰਤੋਂ, ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅੰਦੋਲਨ ਕਰਨ ਵਾਲਿਆਂ ਤੇ ਬਣਾਏ ਜਾ ਰਹੇ ਕੇਸਾਂ, ਹਾਥਰਸ ਵਿੱਚ ਦਲਿਤ ਕੁੜੀ ਦੇ ਕਤਲ ਦੇ ਸਬੰਧ ਵਿੱਚ ਸਰਕਾਰ ਦੀ ਕਾਰਵਾਈ ਅਤੇ ਅਜਿਹੇ ਹੋਰ ਰੁਝਾਨਾਂ ਦਾ ਜ਼ਿਕਰ ਕੀਤਾ ਗਿਆ। ਸੇਨ ਨੇ ਕਿਹਾ ਕਿ ਜਦ ਸਰਕਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਕਿਹਾ ਜਾਏ ਤਾਂ ਇਸ ਦਾ ਮਤਲਬ ਹੈ ਦੇਸ਼ ਤੇ ਸਮਾਜ ਵਿੱਚ ਤਾਨਾਸ਼ਾਹੀ ਰੁਚੀਆਂ ਦਾ ਪਨਪਣਾ ਸ਼ੁਰੂ ਹੋ ਗਿਆ। ਭਾਜਪਾ ਹਮੇਸ਼ਾ ਵਾਂਗ ਇਹੀ ਕਹੇਗੀ ਕਿ ਕੌਮਾਂਤਰੀ ਸੰਸਥਾਵਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਚਿੰਤਕਾਂ ਨੂੰ ਭਾਰਤ ਬਾਰੇ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਪਰ ਕਾਨੂੰਨੀ ਅਤੇ ਜਮਹੂਰੀ ਹੱਕਾਂ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਮਾਹਿਰ ਇਹ ਕਹਿ ਰਹੇ ਨੇ ਕਿ ਨਿਰਪੱਖਤਾ ਬਾਰੇ ਸਾਰੇ ਸੰਸਾਰ ਵਿੱਚ ਜਾਣੀਆਂ ਜਾਣ ਵਾਲੀਆਂ ਸੰਸਥਾਵਾਂ ਅਤੇ ਵਿਦਵਾਨ ਗਲਤ ਨਹੀਂ ਹੋ ਸਕਦੇ। ਭਾਰਤ ਦੀਆਂ ਜਮਹੂਰੀ ਧਿਰਾਂ ਵੀ ਇਸ ਬਾਰੇ ਚਿੰਤਤ ਨੇ। ਜਿਵੇਂ ਅਮਰਤਿਆ ਸੇਨ ਨੇ ਆਪਣੇ ਲੇਖ ਵਿੱਚ ਕਿਹਾ, ਅਜਿਹੇ ਰੁਝਾਨਾਂ ਦਾ ਲਗਾਤਾਰ ਵਿਰੋਧ ਹੋਣਾ ਚਾਹੀਦਾ। ਸੋ ਗੱਲ ਭਾਰਤ ਦੀ ਜਦੋਂ ਗੱਲ ਕਰਦੇ ਹਾਂ ਤਾਂ ਤੁਹਾਨੂੰ ਯਾਦ ਹੋਏਗਾ ਕਿ ਜਰਮਨੀ ਦੇ ਵਿੱਚ ਇੱਕ ਵਾਰੀ ਨਹੀਂ ਬੜੇ ਵਾਰੀ ਉੱਥੇ ਬੈਠੇ ਭਾਰਤੀਆਂ ਦੇ ਵੇਰਵੇ ਇਕੱਠੇ ਕੀਤੇ ਜਾਣ ਦੀ ਮੁਹਿੰਮ ਚੱਲੀ। ਹੁਣ ਕੀ ਤੁਸੀਂ ਇਹ ਸਮਝਦੇ ਹੋ ਕਿ ਇਹ ਇਕੱਲੇ ਭਾਰਤ ਦੇ ਜਰਮਨ ਦੇ ਵਿੱਚ ਵੀ ਵੇਰਵੇ ਇਕੱਠੇ ਕੀਤੇ ਗਏ? ਨਹੀਂ,
ਇਹ ਵੇਰਵੇ ਤੁਹਾਡੇ ਅਮਰੀਕਾ, ਕੈਨੇਡਾ, ਇੰਗਲੈਂਡ ਬਹੁਤ ਥਾਵਾਂ ਤੇ ਕੀਤੇ ਜਾਂਦੇ ਨੇ। ਪਰ ਜਰਮਨ ਦਾ ਕਾਨੂੰਨ ਕਿਸੇ ਹੱਦ ਤੱਕ ਸਖਤ ਹੈ। ਪਿੱਛੇ ਜੇ ਤੁਹਾਨੂੰ ਯਾਦ ਹੋਵੇਗਾ ਇੱਕ ਜੋੜੇ ਨੂੰ ਕੈਦ ਵੀ ਹੋਈ ਸੀ, ਤੇ ਹਾਲ ਹੀ ਦੇ ਵਿੱਚ ਜਿਹਦੇ ਕਰਕੇ ਬੜੀ ਵੱਡੀ ਚਰਚਾ ਹੈ ਕਿ ਇੱਕ ਈਮੇਲ ਆਉਂਦੀ ਹੈ ਉੱਥੇ ਇੱਕ ਔਰਤ ਨੂੰ। ਉਹ ਔਰਤ ਜਿਹੜੀ ਹੈ ਜਦੋਂ ਉਸ ਈਮੇਲ ਨੂੰ ਪੜ੍ਹਦੀ ਹੈ ਤਾਂ ਉਸ ਈਮੇਲ ਦੀ ਜਿਹੜੀ ਹੈ ਪੁਸ਼ਟੀ ਕਰਦੀ ਆ ਉਹ ਕਿ ਇਹ ਈਮੇਲ ਵਾਕਿਆ ਹੀ ਜਿਹੜੀ ਹੈ ਸੱਚੀ ਹੈ, ਕਿ ਇਹ ਸਹੀ ਸੀ। ਤਾਂ ਉਸ ਚੀਜ਼ ਨੂੰ ਜਿਹੜਾ ਹੈ ਉਹ ਟਵਿੱਟਰ ਕਰਕੇ ਦੱਸਦੀ ਆ ਕਿ ਜਿਹੜੀ ਇਹ ਈਮੇਲ ਹੈ ਉਹ ਸਹੀ ਸੀ। ਤਾਂ ਈਮੇਲ ਕਿਹਨੇ ਭੇਜੀ ਗਈ ਸੀ? ਈਮੇਲ ਭੇਜੀ ਗਈ ਸੀਗੀ ਭਾਰਤ ਦੇ ਸਰਾਫਤਖਾਨੇ ਵੱਲੋਂ। ਸੋ ਉਹ ਕਹਿੰਦੀ ਹੈ ਕਿ ਡਾਕਟਰ ਮੁਨਾਵੀ ਹੈ, ਉਹ ਕਹਿੰਦੀ ਕਿ ਮੈਂ ਯੂਰਪ ਦੀ ਰੈਜ਼ੀਡੈਂਟ ਹਾਂ, ਮੈਨੂੰ ਲੱਗਿਆ ਕਿ ਇਹ ਈਮੇਲ ਨਕਲੀ ਜਾਂ ਫੇਕ ਹੋ ਸਕਦੀ ਹੈ। ਸੋ ਇਹਦੀ ਵੈਰੀਫਿਕੇਸ਼ਨ ਲਈ ਮੈਂ ਹੈਂਡਲ ਨੂੰ ਕਨਫਰਮ ਕਰਨ ਦੇ ਲਈ ਅਥੈਂਟਿਸਿਟੀ ਦੀ ਇੱਕ ਈਮੇਲ ਕੀਤੀ, ਤੇ ਜਿੱਥੋਂ ਮੈਨੂੰ ਵੈਰੀਫਾਈ ਹੋਇਆ ਕਿ ਉਹਨਾਂ ਨੇ ਕਨਫਰਮ ਕੀਤਾ ਕਿ ਈਮੇਲ ਜਿਹੜੀ ਹੈ ਓਫੀਸ਼ੀਅਲ ਕੌਂਸੂਲੇਟ ਜਿਹੜਾ ਹੈ ਉੱਥੋਂ ਦੀ ਹੈ। ਤੇ ਕਹਿੰਦੀ ਮੈਨੂੰ ਕੰਸਰਨ ਹੋਇਆ। ਉਹ ਕਹਿੰਦੇ ਕਿ ਇਸ ਗੱਲ ਦੇ ਉੱਤੇ ਬੜਾ ਕਹਿ ਰਹੇ ਨੇ ਕਿ ਕਹਿੰਦੇ ਲੈਟ ਮੀ ਆਸਕ ਯੂ some questions publicly why the email ask members of public to collect information on Sikh diaspora and send it to high priorities। ਦੱਸੋ। ਫਿਰ ਇਸੇ ਤਰ੍ਹਾਂ ਜਰਮਨ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ। ਉੱਥੋਂ ਦਾ ਸਰਾਫਤਖਾਨੇ ਦਾ ਰਾਜਦੂਤ ਜਿਹੜਾ ਗੁਰਦੁਆਰੇ ਜਾਂਦਾ ਆਪਣੇ ਗਨਮੈਨ ਲੈ ਕੇ ਜਾਂਦਾ, ਤੇ ਉੱਥੇ ਓਬਜੈਕਟ ਕੀਤਾ ਗਿਆ। ਕਿਉਂਕਿ ਇਸ ਕਰਕੇ ਓਬਜੈਕਟ ਕੀਤਾ ਗਿਆ ਕਿ ਉਹ ਕਹਿੰਦੇ ਤੁਸੀਂ ਪੈਸਿਆਂ ਦਾ ਲਾਲਚ ਦੇ ਦਿੰਦੇ ਨੇ, ਬੜੇ ਬੰਦੇ ਵਿਕਾਊ ਹੁੰਦੇ ਨੇ, ਹਰ ਥਾਂ ਦੇ ਉੱਤੇ ਕਾਲੀਆਂ ਭੇਡਾਂ ਹੁੰਦੀਆਂ, ਸਾਡੇ ਵੀ ਕਾਲੀਆਂ ਭੇਡਾਂ। ਕੁਛ ਆਪਣੇ ਆਪ ਨੂੰ ਅਖੌਂਤੀ ਸਿੱਖ ਲੀਡਰ ਸਿੱਖਾਂ ਦੇ ਚਿਹਰੇ ਬਣ ਕੇ ਅੱਗੇ ਆਉਂਦੇ ਨੇ, ਪਰ ਉਹਨਾਂ ਦੀਆਂ ਤਾਰਾਂ ਭਾਰਤ ਦੇ ਸਰਾਫਤਖਾਨਿਆਂ ਨਾਲ, ਭਾਰਤ ਦੇ ਮਿਸ਼ਨ ਨਾਲ ਤੇ ਭਾਰਤ ਦੀਆਂ ਏਜੰਸੀਆਂ ਨਾਲ ਜੁੜੀਆਂ। ਕਈਆਂ ਦੇ ਜੇਕਰ ਨਾਂ ਲੈ ਦਈਏ ਤਾਂ ਜਨਤਕ ਤੌਰ ਦੇ ਉੱਤੇ ਪਤਾ ਹੈ ਕਿ ਪ੍ਰੂਫ ਕਰਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਕਤਲ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਕਿਹਨੇ ਕੀਤਾ, ਪਰ ਅਦਾਲਤਾਂ 'ਚੋਂ ਬਰੀ ਹੋ ਜਾਂਦੇ ਨੇ। ਕੁਝ ਲੋਕ ਭਾਰਤ 'ਚੋਂ ਗਏ ਨੇ ਬਾਹਰ, ਕਿਸ ਢੰਗ ਦੇ ਨਾਲ ਗਏ ਨੇ, ਭਾਰਤ ਦੇ ਵਿੱਚ ਵੀ ਰਹਿੰਦੇ ਰਹੇ ਨੇ, ਨਾਲ ਦੇ ਉਹਨਾਂ ਦੇ ਸਾਥੀ ਮਾਰੇ ਗਏ, ਉਹ ਇਕੱਲੇ ਬਚਦੇ ਨੇ। ਸਾਡੇ ਬੜੇ ਸਿੰਘ ਟਾਡਾ ਦੇ ਵਿੱਚ ਅੰਦਰ ਬੈਠੇ ਸੜ ਮੱਚ ਗਏ ਨੇ, ਕੀੜੇ ਪੈਣ ਵਾਲੇ ਹਾਲਾਤ ਪੈਦਾ ਹੋ ਗਏ ਨੇ, ਉਹਨਾਂ ਦੀ ਕੋਈ ਬਾਤ ਨਹੀਂ ਪੁੱਛ ਰਿਹਾ। ਤਾਂ ਇੱਕ ਵਿਅਕਤੀ ਇੰਨੇ ਸਾਲ ਟਾਡਾ ਦਾ ਕੇਸ ਹੋਵੇ ਤੇ ਉਹ ਬੰਦਾ ਬਾਹਰ ਫਿਰੇ ਤਾਂ ਅੰਦਾਜ਼ਾ ਲਾਓ ਕੀ ਹੋਏਗਾ। ਇਹੋ ਜਿਹੇ ਲੋਕ ਨੇ। ਜਦੋਂ ਸਿੱਖੀ ਭੇਸ ਭੂਸ਼ਾ, ਲੋੜ ਪੈਣ ਤੇ ਦਾੜੀ ਵਧਾ ਲਈ, ਲੋੜ ਪੈਣ ਤੇ ਦਾੜੀ ਘਟਾ ਲਈ, ਲੋੜ ਪੈਣ ਤੇ ਘੋਨੇ ਮੋਨੇ ਹੋ ਗਏ, ਤਾਂ ਫੇਰ ਉਹ ਗੱਲ ਕਿਸ ਦੀ ਕਰਦੇ ਨੇ? ਮਿਲੀਟੈਂਟਸ ਦੀ, ਖਾੜਕੂਆਂ ਦੀ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਲੋਕ ਕੌਣ ਨੇ, ਇਹਨਾਂ ਨੂੰ ਕਿਵੇਂ ਉੱਥੇ ਭੇਜਿਆ ਜਾਂਦਾ ਹੈ, ਕਿਸ ਤਰ੍ਹਾਂ ਇਹ ਇਹਨਾਂ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ, ਤੇ ਸਾਡੇ ਸਿੱਖਾਂ ਦੇ ਵਿੱਚ, ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਇੱਕ ਰਹਿਨੁਮਾ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾਂਦਾ। ਬਹੁਤ ਵੱਡਾ ਕੰਸਰਨ ਹੈ ਇਹ, ਚਰਚਾ ਹੈ, ਕਿਉਂਕਿ ਇਹ ਤਾਂ ਆਪਾਂ ਮੰਨ ਲਿਆ ਕਿ ਸਿੱਧੇ ਤੌਰ ਦੇ ਉੱਤੇ ਕਿ ਇਹ ਤਾਂ ਜਰਮਨ ਸੀ, ਪਤਾ ਲੱਗ ਗਿਆ। ਪਰ ਕੀ ਇਹ ਗੱਲਾਂ ਅਮਰੀਕਾ ਕੈਨੇਡਾ ਚ ਆਉਂਦੀਆਂ? ਤੁਸੀਂ ਦੇਖੋ ਕੈਨੇਡਾ ਦੀ ਸਰੀ ਦੇ ਵਿੱਚ ਕਿਸ ਢੰਗ ਦੇ ਨਾਲ RSS ਵੱਲੋਂ ਸ਼ਰੇਆਮ ਜਿਹੜਾ ਉੱਥੇ ਆਪਣੀਆਂ ਬੈਠਕਾਂ ਲਾਈਆਂ ਜਾਂਦੀਆਂ ਨੇ, ਪ੍ਰਚਾਰ ਕੀਤਾ ਜਾਂਦਾ। ਤੇ ਇੱਥੋਂ ਤੱਕ ਕਿ ਚਰਚਾਵਾਂ ਆ ਰਹੀਆਂ ਨੇ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਤੁਹਾਡੇ ਜੇ ਵਿਚਾਰ ਨੇ ਤਾਂ 92-164 10-666 ਜਾਂ 98-149 10-666 ਦੇ ਉੱਤੇ ਤੁਸੀਂ ਸਾਡੇ ਨਾਲ ਜ਼ਾਹਰ ਕਰ ਸਕਦੇ ਹੋ। ਕੁਛ ਜੇਕਰ ਤੁਹਾਡੇ ਕੋਲੇ ਵੀ ਇਨਪੁਟਸ ਹੈਗੀਆਂ ਤਾਂ ਹੋਣੀਆਂ ਚਾਹੀਦੀਆਂ। ਫਿਰ ਗੱਲ ਇਹੀ ਆ ਗਈ ਕਿ ਹੁਣ ਜਿਸ ਢੰਗ ਦੇ ਨਾਲ ਭਾਰਤ ਦੀ ਸਰਕਾਰ ਪੰਜਾਬ ਨੂੰ ਆਪਣੇ ਆਪ ਦੇ ਉੱਤੇ ਇੱਕ ਵੱਖਰਾ ਸੂਬਾ ਸਿੱਧ ਕਰਨ ਦੇ ਉੱਤੇ ਲੱਗੀ ਹੈ ਕਿ ਇੱਥੋਂ ਦੀਆਂ ਰੇਲ ਗੱਡੀਆਂ ਬੰਦ ਕਰ ਦਿਓ, ਇੱਥੋਂ ਦਾ ਹੁੱਕਾ ਪਾਣੀ ਬੰਦ ਕਰ ਦਿਓ, ਇੱਥੋਂ ਦਾ ਹਰ ਚੀਜ਼ ਬੰਦ ਕਰ ਦਿਓ, ਇੱਥੋਂ ਦੇ ਕਿਸਾਨਾਂ ਨੂੰ ਨਿਚੋੜ ਦਿਓ, ਤਾਂ ਫਿਰ ਕੀ ਕਰ ਰਹੇ ਹੋ ਤੁਸੀਂ? ਤੁਸੀਂ ਭਾਰਤ ਦਾ ਅੰਗ ਨਹੀਂ ਮੰਨਦੇ ਪੰਜਾਬ ਨੂੰ ਕਿ ਡੇ 1 ਤੋਂ ਪੰਜਾਬ ਦਾ ਪਾਣੀ ਲੁੱਟ ਲਓ, ਡੇ 1 ਤੋਂ ਸਿੱਖੀ ਦੀ ਸਿੱਖ ਜਵਾਨੀ ਤਬਾਹ ਕਰ ਦਿਓ, ਪੰਜਾਬੀ ਤਬਾਹ ਕਰ ਦਿਓ, ਇੱਥੋਂ ਦੇ ਲੋਕਾਂ ਨੂੰ ਤਬਾਹ ਕਰ ਦਿਓ। ਇੱਕ ਸਾਜ਼ਿਸ਼ ਦੇ ਦਿਨ ਹੌਲੀ ਹੌਲੀ ਕੇਂਦਰੀਆਂ ਜਿਹੜੀਆਂ ਵੱਡੀਆਂ ਅਹਿਮ ਨੌਕਰੀਆਂ ਨੇ ਉਹਨਾਂ ਦੇ ਵਿੱਚੋਂ ਤੁਸੀਂ ਇਹਨਾਂ ਨੂੰ ਖਤਮ ਕਰ ਦਿਓ।
ਇਹ ਹੋ ਕੀ ਰਿਹਾ, ਕਿਉਂ ਹੋ ਰਿਹਾ? ਕੀ ਸਾਡੀ ਲੀਡਰਸ਼ਿਪ ਵਿਕੀ ਹੋਈ ਹੈ? ਕੀ ਸਾਡੇ ਲੀਡਰ ਇੰਨੇ ਹੀ ਸਸਤੇ ਨੇ? ਸੋ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ, 1947 ਦੇ ਵਿੱਚ ਬੜੀਆਂ ਚਰਚਾਵਾਂ ਹੋਈਆਂ ਕਿ 1947 ਦੇ ਵਿੱਚ ਸਿੱਖ ਲੀਡਰ ਕੀ ਕਰਦੇ ਸੀ, ਜਾਂ ਸਿੱਖ ਕੀ ਕਰਦੇ, ਜਾਂ ਪੰਜਾਬੀ ਕੀ ਕਰਦੇ ਸੀਗੇ। ਦੇਖੋ, ਕਿਸੇ ਦਾ ਘਰ ਉੱਜੜਦਾ ਉਹ ਪਹਿਲਾਂ ਆਪਦਾ ਸਮਾਨ ਰੱਖਣ ਲਈ ਥਾਂ ਲੱਭਦਾ। ਗੱਲ ਕਰਨੀ ਤਾਂ ਲੀਡਰਾਂ ਨੇ ਹੁੰਦੀ ਹੈ, ਜਿਹੜੇ ਇੱਥੇ ਬੈਠੇ ਸੀ ਨਹੀਂ ਕੀਤੀ। ਮੁੜ ਫਿਰ ਪੰਜਾਬੀ ਸੂਬਾ ਬਣ ਗਿਆ, ਫਿਰ ਉਜਾੜਾ। ਜਿਨ੍ਹਾਂ ਨੂੰ ਕੁਝ ਮਿਲਣਾ ਸੀ ਉਹਨਾਂ ਦੇ ਫਿਰ ਕਾਗਜ਼ ਪੱਤਰ ਹੋ ਗਏ, ਫਿਰ 84 ਦਾ ਉਜਾੜਾ। ਉਜਾੜੇਦਾਰ ਉਜਾੜਾ ਹੋ ਰਿਹਾ ਪੰਜਾਬੀਆਂ ਦਾ, ਪਰ ਪੰਜਾਬੀਆਂ ਦੀ ਕੋਈ ਸਾਰ ਕਿਉਂ ਨਹੀਂ ਲੈ ਰਿਹਾ? ਇੱਕ ਸਭ ਤੋਂ ਵੱਡਾ ਉਜਾੜਾ ਤਾਂ ਹੁਣ ਸ਼ੁਰੂ ਹੋ ਗਿਆ। ਇਹ ਕੀ ਆ? ਇਹ ਵੀ ਇੱਕ ਉਜਾੜਾ ਕੀਤਾ ਜਾਣ ਦੀਆਂ ਰਾਹ ਪੱਧਰਾ ਕੀਤਾ ਜਾ ਰਿਹਾ, ਕਿਉਂਕਿ ਮੰਨਿਆ ਜਾਂਦਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਜੇ ਇੱਥੋਂ ਦੀ ਖੇਤੀ ਤਬਾਹ ਕਰ ਦਿੱਤੀ ਤਾਂ ਸਾਰੇ ਤਬਾਹ ਹੋ ਗਏ, ਕਿਉਂਕਿ ਲਗਾਤਾਰ ਹੁਣ ਦੇਖ ਰਹੇ ਕਿ ਖੇਤੀ ਅਧੀਨ ਰਕਬਾ ਜਿਹੜਾ ਹੈਗਾ ਵਧ ਰਿਹਾ, ਪਰ ਠੀਕ ਹੈ ਪ੍ਰੋਡਕਸ਼ਨ ਨਹੀਂ ਲੈ ਪਾ ਰਹੇ। ਮੈਂ ਇੱਕ ਗੱਲ ਕਹਿੰਦਾ ਕਿ ਪੰਜਾਬੀਆਂ ਨੇ ਤਾਂ ਖੱਟਿਆ ਕੀ ਕਰਜ਼ਾ, ਫਾਹੇ ਪਾਉਣ ਨੂੰ ਰੱਸੇ, ਬਿਮਾਰੀ ਤੇ ਢਿੱਡ ਕਿਹਦਾ ਭਰਿਆ? ਭਾਰਤੀਆਂ ਦਾ। ਤੁਹਾਨੂੰ ਮਹਿੰਗੀਆਂ ਮਸ਼ੀਨਾਂ ਦੇਤੀਆਂ, ਮਹਿੰਗੇ ਸਾਰਾ ਕੁਝ ਦੇ ਦਿੱਤਾ। ਅੱਜ ਹਰ ਘਰ ਦੇ ਵਿੱਚ ਕਿੰਨੇ ਟਰੈਕਟਰ ਖੜੇ। ਖੁਸ਼ਹਾਲੀ ਕਿੱਥੇ ਹੈ? ਮੂੰਹ ਦੇ ਰੰਗ ਉੱਡੇ ਹੋਏ ਨੇ। ਠੀਕ ਹੈ, ਦਿਖਦੇ ਨੇ ਵੱਡੇ ਵੱਡੇ ਖੜੇ ਟਰੈਕਟਰ, 4x4 100 ਹਾਰਸ ਪਾਵਰ ਦੇ ਟਰੈਕਟਰ। ਦੱਸੋ, 100 ਹਾਰਸ ਪਾਵਰ ਦਾ ਟਰੈਕਟਰ ਤਾਂ ਕੈਨੇਡਾ ਅਮਰੀਕਾ ਦੇ ਵੱਡੇ ਵੱਡੇ ਫਾਰਮਾਂ ਚੱਲਦੇ ਨੇ, ਤੇ ਇੱਥੇ ਕਿੱਥੇ? ਪੰਜਾਬ ਦੇ ਵਿੱਚ ਦੱਸੋ ਕਿਹੜੇ ਫਾਰਮ ਨੇ? ਕਿਉਂ ਇੱਥੋਂ ਦਾ ਜਿਹੜਾ ਕੋਆਪਰੇਟਿਵ ਸੈਕਟਰ ਨੂੰ ਕਮਜ਼ੋਰ ਕੀਤਾ ਜਾ ਰਿਹਾ? ਕੋਆਪਰੇਟਿਵ ਸੈਕਟਰ ਦੇ ਵਿੱਚ ਅਫਸਰਸ਼ਾਹੀ ਕਿਉਂ ਭਾਰੂ ਹੋ ਰਹੀ ਹੈ? ਕਿ ਕੋਆਪਰੇਟਿਵ ਸੈਕਟਰ ਕਾਮਯਾਬ ਨਾ ਹੋ ਜੇ, ਇੱਕ ਵੱਡੇ ਟਰੈਕਟਰ ਦੇ ਨਾਲ ਸਾਰੇ ਪਿੰਡ ਦੀ ਖੇਤੀ ਨਾ ਹੋ ਜੇ। ਠੀਕ ਹੈ, ਆਲੂ ਬੀਜਣ ਵਾਲੇ ਭਰਾਵਾਂ ਨੂੰ ਵੱਡੇ ਵੱਡੇ ਹਲ ਚਾਹੀਦੇ ਨੇ, ਪਾਵਰਫੁਲ ਟਰੈਕਟਰ ਚਾਹੀਦੇ ਨੇ। ਕੀ ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੀ ਆਲੂ ਬੀਜਦੇ? ਉਹ ਵੀ ਛੋਟੇ ਟਰੈਕਟਰ ਨਾਲ ਹੀ ਬੀਜਦੇ ਸੀ। ਹੁਣ ਕਿਉਂ ਵੱਡਿਆਂ ਦੀ ਲੋੜ ਪੈਗੀ? ਕਿਉਂਕਿ ਇਹਨਾਂ ਦੀ ਮਾਈਂਡ ਸੈਟ ਇਸ ਢੰਗ ਦੇ ਨਾਲ ਤਿਆਰ ਕੀਤਾ ਜਾ ਰਿਹਾ ਕਿ ਇਹਨਾਂ ਕੋਲ ਪੈਸਾ ਰਹਿਣ ਨਹੀਂ ਦੇਣਾ। ਇਹ ਸੋਚਣ ਵਾਲੀ ਗੱਲ ਹੈ। ਸਾਡੇ ਆਗੂਆਂ ਨੂੰ ਸੋਚਣਾ ਪਏਗਾ। ਪੋਲੀਟੀਕਲ ਪਾਰਟੀਆਂ ਠੀਕ ਹੈ, ਸੰਘਰਸ਼ੀ ਲੋਕ ਆ, ਕਿਸਾਨਾਂ ਨੂੰ ਬੜੀ ਮੰਗ ਉੱਠ ਰਹੀ ਹੈ ਕਿ ਕਿਸਾਨ ਆਪਣਾ ਕਿਉਂ ਨਹੀਂ ਪੋਲੀਟੀਕਲ ਵਿੰਗ ਬਣਾਉਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਜੇ ਪੋਲੀਟੀਕਲ ਵਿੰਗ ਦੇ ਵਿੱਚ ਵੜ ਗਏ ਤਾਂ ਕੁਝ ਉਹਨਾਂ ਦੀਆਂ ਮਜਬੂਰੀਆਂ ਹੋ ਸਕਦੀਆਂ। ਪ੍ਰੈਸ਼ਰ ਗਰੁੱਪ ਨੇ ਇਹ, ਨਵੇਂ ਲੋਕ ਆਪਦਾ ਦਾ ਲਾਉਣ ਨੂੰ ਫਿਰਦੇ। ਕਿਤੇ ਸੁਣਿਆ ਨਹੀਂ ਸੀ ਇਹ ਲੋਕ ਕਿੱਥੋਂ ਆ ਗਏ, ਕਿੱਧਰੋਂ ਆ ਗਏ, ਇਹ ਲੋਕ ਕੌਣ ਨੇ, ਇਹਨਾਂ ਦਾ ਏਜੰਡਾ ਕੀ ਹੈ, ਕਿੰਨੀ ਕੁ ਸੋਝੀ ਹੈ ਇਹਨਾਂ ਲੋਕਾਂ ਨੂੰ? ਕਿਉਂਕਿ ਪੰਜਾਬ ਇੱਕ ਬਿਮਾਰ ਸੂਬਾ ਹੈ। ਜਿਵੇਂ ਕੋਈ ਕਿਸੇ ਬੰਦੇ ਨੂੰ ਬਿਮਾਰੀ ਪੈ ਜਾਂਦੀ ਹੈ, ਜੇ ਕੋਈ ਕਹਿ ਦੇ ਨਾ ਕਿ ਫਲਾਨੀ ਝੁੱਗੀ ਦੇ ਵਿੱਚ ਇੱਕ ਵੈਦ ਬੈਠਾ, ਉੱਥੇ ਵੀ ਨਬਜ਼ ਦਿਖਾਉਣ ਚਲੇ ਜਾਂਦੇ ਹਾਂ। ਅਸੀਂ ਹਰ ਜਗ੍ਹਾ ਤੋਂ ਆਪਣਾ ਇਲਾਜ ਭਾਲਦੇ ਹਾਂ। ਸੋ ਜਮਹੂਰੀਅਤ ਭਾਰਤ ਦੀ ਬਿਮਾਰ ਕੀਤੀ ਜਾ ਰਹੀ ਹੈ, ਜਮਹੂਰੀਅਤ ਨੂੰ ਖੋਖਲਾ ਕੀਤਾ ਜਾ ਰਿਹਾ। ਤੇ ਇਹ ਵੀ ਚਰਚਾਵਾਂ ਜਿਵੇਂ ਕਹਿ ਕੇ ਗਏ ਨੇ ਪੱਟੀ ਸਾਹਿਬ ਕਿ ਨਵਾਂ ਸੰਵਿਧਾਨ ਦੀਆਂ ਵੀ ਗੱਲਾਂ ਹੋ ਰਹੀਆਂ, ਕਿਉਂਕਿ ਜਿਹੜਾ ਇੱਕ ਆਰਗੇਨਾਈਜੇਸ਼ਨ ਭਾਰਤ ਦੇ ਤਿਰੰਗੇ ਨੂੰ ਨਹੀਂ ਮੰਨਦੀ, ਜਿਨ੍ਹਾਂ ਨੇ ਆਪਦੇ ਕਿਤੇ ਆਫਿਸ ਦੇ ਉੱਤੇ ਭਾਰਤ ਦਾ ਤਿਰੰਗਾ ਨਹੀਂ ਲਹਿਰਾਇਆ, ਤਾਂ ਤੁਸੀਂ ਉਹਨਾਂ ਤੋਂ ਕੀ ਉਮੀਦਾਂ ਕਰ ਸਕਦੇ ਹੋ? ਇੱਕ ਸਿੱਧੇ ਤੌਰ ਦੇ ਉੱਤੇ, ਗੁੱਸਾ ਨਾ ਕਰਿਓ, ਮੈਂ ਸਪਸ਼ਟ ਤੌਰ ਦੇ ਉੱਤੇ ਗੱਲ ਕਹਿਣਾ ਕਿ ਪਿੰਡਾਂ ਦੀਆਂ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ, ਤੇ ਕਈ ਵਾਰੀ ਕੀ ਹੁੰਦਾ ਜਦੋਂ ਰਿਜ਼ਰਵ ਇੱਕ ਗਰੀਬ ਨੂੰ ਕੀ ਕਰਦਾ, ਪਿੰਡ ਦਾ ਧਨਾੜ ਆਪਦੇ ਸੀਰੀ ਨੂੰ ਸਰਪੰਚ ਬਣਾ ਦਿੰਦਾ, ਤੇ ਉਹ ਸਰਪੰਚ ਦੀ ਕਿੰਨੀ ਕੁ ਅਪਰੋਚ ਹੁੰਦੀ ਹੈ, ਕਿੰਨੀ ਕੁ ਬੁੱਕਤ ਹੁੰਦੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ। ਸਰਪੰਚ ਦਾ ਫਿਰ ਉਹੀ ਧਨਾੜ ਉਹੀ ਅਮੀਰ ਕਿਸਾਨ ਕੋ ਆਉਂਦਾ ਹੈ। ਸੋ ਭਾਰਤ ਦੇ ਵਿੱਚ ਵੀ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਬਣਾਇਆ ਗਿਆ। ਇਹਦੇ ਪਿੱਛੇ ਧਨਾੜ ਕੌਣ ਨੇ? ਗੱਲ ਕਾਰਪੋਰੇਟ ਦੀ ਚੱਲ ਰਹੀ ਹੈ। ਮੈਂ ਇਹਦੇ ਦੱਸਿਆ ਕਿ ਕਾਰਪੋਰੇਟ ਘਰਾਣੇ ਛੋਟੇ ਤੇ ਗਰੀਬ ਦੇਸ਼ਾਂ ਦੇ ਵਿੱਚ ਭਾਰੂ ਹੋ ਕੇ ਉੱਥੇ ਆਪਣੇ ਬੰਦਿਆਂ ਦੀਆਂ ਸਰਕਾਰਾਂ ਬਣਾ ਕੇ ਇੱਕ ਆਮ ਲੋਕਾਂ ਨੂੰ ਗਰੀਬ, ਕਿਉਂਕਿ ਇਹਦੇ ਵਿੱਚ ਹੁਣ ਕੀ ਹੋਣਾ, ਉਹੀ ਤਰੀਕਾ ਕਿ ਜਾਂ ਫਿਰ ਵਰਕਿੰਗ ਕਲਾਸ ਹੋਊਗੀ ਜਾਂ ਫਿਰ ਕਾਰਪੋਰੇਟ ਕਲਾਸ ਹੋਊਗੀ, ਅੱਧ ਵਿਚਾਲਾ ਖਤਮ ਹੋ ਜਾਣਾ। ਇਹ ਸਥਿਤੀਆਂ ਜਿਹੜੀਆਂ ਨੇ ਬਣ ਗਈਆਂ ਨੇ। ਨਿਤਿਨ ਲੂਥਰਾ ਜੀ ਮੇਰੇ ਨਾਲ ਨੇ, ਖਬਰਾਂ ਦਾ ਸਿਲਸਿਲਾ ਅੱਗੇ ਤੋੜਦੇ ਹਾਂ। ਨਿਤਿਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ। ਨਿਤਿਨ ਜੀ, ਕਰੋਨਾ ਤਾਂ ਹਜੇ ਗਿਆ ਨਹੀਂ ਤੇ ਡੇਂਗੂ ਦਾ ਜਿਹੜਾ ਬੜਾ ਵੱਡਾ ਪ੍ਰਕੋਪ ਸ਼ੁਰੂ ਹੋ ਗਿਆ, ਕਿਉਂਕਿ ਇਸ ਰੁੱਤ ਦੇ ਵਿੱਚ ਸਾਨੂੰ ਬੜਾ ਧਿਆਨ ਦੇਣਾ ਪੈਂਦਾ। ਐਂਡ ਡੇਂਗੂ ਵੀ ਇੱਕ ਐਸੀ ਚੀਜ਼ ਹੈ ਜਿਹੜਾ ਪਨਪਦਾ ਵੀ ਸਾਫ਼ ਪਾਣੀ ਦੇ ਵਿੱਚ। ਡੇਂਗੂ ਦਾ ਬਿਲਕੁਲ ਧੰਨਵਾਦ ਸਾਹਿਬ। ਬਾਕੀ ਪਹਿਲਾਂ ਸ਼ੁਰੂ ਕਰਦੇ ਆ ਵਿਦੇਸ਼ਾਂ ਤੋਂ। ਵਿਦੇਸ਼ਾਂ ਦੇ ਵਿੱਚ ਇੱਕ ਵਾਰੀ ਫੇਰ ਲਾਕਡਾਊਨ ਹੋਣਾ ਸ਼ੁਰੂ ਹੋ ਗਿਆ। ਪਿਛਲੇ ਕਾਫੀ ਦਿਨਾਂ ਤੋਂ ਜਿਸ ਤਰ੍ਹਾਂ ਯੂਕੇ ਦੇ ਵਿੱਚ ਲਾਕਡਾਊਨ ਹੋ ਗਿਆ ਵੀ ਕਰੋਨਾ ਦੇ ਵੱਧ ਗਏ, ਹੋਰ ਕਈ ਦੇਸ਼ਾਂ ਦੇ ਵਿੱਚ ਜਿਹੜਾ ਕਰੋਨਾ ਜਿਹੜਾ ਵੱਧ ਗਿਆ। ਤੇ ਭਾਰਤ ਦੇ ਵਿੱਚ ਵੀ ਅੱਜ ਜਦੋਂ ਅਸੀਂ ਮਾਹਿਰਾਂ ਨਾਲ ਗੱਲ ਕੀਤੀ ਤੇ ਆਉਣ ਵਾਲੇ ਦਿਨਾਂ 'ਚ
ਜਿਸ ਤਰੀਕੇ ਨਾਲ ਲੋਕ ਵੇਸਲੇ ਹੋ ਕੇ ਬੈਠੇ, ਲੋਕ ਫੇਰ ਇੱਕ ਵਾਰ ਇਹਦੀ ਚਪੇਟ 'ਚ ਵੱਡੀ ਗਿਣਤੀ 'ਚ ਆ ਜਾਣਗੇ ਆਉਣ ਵਾਲੇ ਕੁਝ ਦਿਨਾਂ ਬਾਅਦ, ਇਹ ਮਾਹਿਰਾਂ ਦਾ ਕਹਿਣਾ ਵਾ। ਕਿਉਂਕਿ ਸਰਦੀ ਵੱਧ ਰਹੀ ਹੈ ਔਰ ਅਕਸਰ ਜਦੋਂ ਮੌਸਮ ਬਦਲਦਾ ਭਾਰਤ ਦੇ ਵਿੱਚ, ਚਾਹੇ ਉਹ ਗਰਮੀ ਦਾ ਮੌਸਮ ਆਵੇ ਜਾਂ ਫਿਰ ਸਰਦੀ ਦਾ ਆਵੇ, ਤਾਂ ਅਕਸਰ ਲੋਕਾਂ ਨੂੰ, ਭਾਰਤੀਆਂ ਨੂੰ ਨਜ਼ਲਾਂ ਔਰ ਬੁਖਾਰ ਹੋ ਜਾਂਦਾ, ਤੇ ਇਹੋ ਹੀ ਇੱਕ ਸਿੰਪਟਮਸ ਨੇ ਜਿਹੜੇ ਕਰੋਨਾ ਦੇ ਨੇ। ਸੋ ਮਾਹਿਰਾਂ ਦੀ ਮੰਨੀਏ ਤੇ ਇਹ ਜਿਹੜੇ ਕਰੋਨਾ ਦਾ ਕਹਿਰ ਹੈ ਆਉਣ ਵਾਲੇ ਦਿਨਾਂ 'ਚ ਵਧਣ ਵਾਲਾ ਵਾ, ਤੇ ਇਸ ਤੋਂ ਬਚਣ ਲਈ ਸਾਨੂੰ ਸਭ ਨੂੰ ਮਾਸਕ ਔਰ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ। ਇਸ ਗੱਲ ਕਰਦੇ ਡੇਂਗੂ ਦੀ ਗੱਲ ਕੀਤੀ ਜਾਵੇ ਤਾਂ ਡੇਂਗੂ ਅੱਜ ਕੱਲ੍ਹ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ। ਇਹਨੂੰ ਪਲੇਟਲੈਟ ਵੀ ਇਹਦੇ ਨਾਲ ਘਟ ਜਾਂਦੇ ਆ। ਪਹਿਲਾਂ ਇਹਦੇ 'ਚ ਡੈਥ ਰੇਟ ਬਹੁਤ ਘੱਟ ਹੁੰਦੀ ਸੀ, ਪਰ ਹੁਣ ਜਿਹੜੀ ਡੈਥ ਰੇਟ ਆ ਇਹ ਵੱਧਦੀ ਜਾ ਰਹੀ ਹੈ। ਉਹਦਾ ਕਾਰਨ 2-3 ਨੇ ਜੀ। ਲੋਕ ਸਮਝਦੇ ਆ ਕਿ ਸਿਰਫ ਰੈਸਟ ਇਹਦੇ ਵਿੱਚ ਜ਼ਰੂਰੀ ਆ, ਲਿਕੁਇਡ ਜ਼ਰੂਰੀ ਆ, ਪਰ ਇਲਾਜ ਵੀ ਜ਼ਰੂਰੀ ਆ। ਕਿਉਂਕਿ ਕੱਲੇ ਲਿਕੁਇਡ ਨਾਲ, ਕੀਵੀ ਖਾਣ ਨਾਲ, ਮੌਸਮੀ ਦਾ ਜੂਸ ਪੀਣ ਨਾਲ ਪਲੇਟਲੈਟ ਨਹੀਂ ਵੱਧਦੇ, ਬੱਕਰੀ ਦਾ ਦੁੱਧ ਪੀਣ ਨਾਲ ਪਲੇਟਲੈਟ ਨਹੀਂ ਵੱਧਦੇ। ਇਹਦੇ ਨਾਲ ਰੈਸਟ ਤੇ ਜਿਹੜੀ ਹੋਣੀ ਆ ਉਹ ਤੇ ਹੋਣੀ ਹੈ ਖੈਰ, ਲੇਕਿਨ ਦਵਾਈ ਵੀ ਇਹਦੇ ਲਈ ਬਹੁਤ ਜ਼ਰੂਰੀ ਆ। ਕੁਝ ਲੋਕ ਜਿਹੜੇ ਪਹਿਲਾਂ ਇਸ ਦੀ ਸ਼ੁਰੂਆਤ ਦੇ ਵਿੱਚ ਪਰਵਾਹ ਨਹੀਂ ਕਰਦੇ ਤੇ ਉਸ ਤੋਂ ਬਾਅਦ ਜਦੋਂ ਹਸਪੀਟਲਾਂ 'ਚ ਦੌੜਦੇ ਆ ਤਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਕਿ ਇਹਦੀ ਡੈਥ ਰੇਟ ਵੀ ਵਧੀ ਆ। ਸੋ ਅੱਜ ਕੱਲ੍ਹ ਜਿਹੜਾ ਮੱਛਰ ਵਾ ਇਸ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ, ਖਾਸ ਕਰਕੇ ਉਹਨਾਂ ਥਾਵਾਂ ਤੇ ਜਿਸ ਤਰ੍ਹਾਂ ਗਰਮੀ ਦਾ ਮੌਸਮ ਗਿਆ ਵਾ ਤੇ ਕੂਲਰਾਂ ਦੇ ਵਿੱਚ ਸਾਡਿਆਂ 'ਚ ਪਾਣੀ ਪਿਆ ਵਾ। ਆਮ ਤੌਰ ਤੇ ਕਈ ਘਰਾਂ ਦੇ ਵਿੱਚ ਟੱਪ ਪਏ ਹੁੰਦੇ ਟੁੱਟੇ ਭੱਜੇ, ਉਹਨਾਂ 'ਚ ਬਰਸਾਤੀ ਪਾਣੀ ਇਕੱਠਾ ਹੋ ਜਾਂਦਾ ਜਾਂ ਫਿਰ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ। ਖਾਸ ਕਰਕੇ ਡੇਂਗੂ ਸਾਡੇ ਘਰਾਂ 'ਚ ਹੀ ਪੈਦਾ ਹੁੰਦਾ, ਕਿਤੇ ਬਾਹਰ ਨਹੀਂ ਪੈਦਾ ਹੁੰਦਾ, ਕਿਉਂਕਿ ਜਿਹੜੀਆਂ ਛੱਤਾਂ ਨੇ, ਅਸੀਂ ਲੋਕ ਛੱਤਾਂ ਤੇ ਬਹੁਤ ਘੱਟ ਜਾਂਦੇ ਆ ਤੇ ਗਮਲੇ ਜਿਹੜੇ ਜਿਨ੍ਹਾਂ ਦੇ ਵਿੱਚ ਪੌਦੇ ਨਹੀਂ ਆ ਉਹਨਾਂ 'ਚ ਪਾਣੀ ਜਮਾ ਹੋ ਜਾਂਦਾ। ਜਾਂ ਕੋਈ ਵੀ ਛੋਟੀ ਤੋਂ ਛੋਟੀ ਚੀਜ਼ ਵੀ ਲੈ ਲਈਏ ਤਾਂ ਉੱਥੇ ਪਾਣੀ ਜਮਾ ਹੋ ਜਾਂਦਾ। ਖਾਸ ਕਰਕੇ ਚਿੱਕੜ ਜਿਹੜੇ ਨੇ ਇਹਨਾਂ ਦੇ ਵਿੱਚ ਮੱਛਰ ਪੈਦਾ ਹੋ ਜਾਂਦਾ। ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਖਾਸ ਜ਼ਰੂਰਤ ਆ, ਸਾਨੂੰ ਬਚਣਾ ਵੀ ਚਾਹੀਦਾ ਵਾ, ਕਿਉਂਕਿ ਡੇਂਗੂ ਇੱਕ ਬਹੁਤ ਅੱਜ ਕੱਲ੍ਹ ਖਤਰਨਾਕ ਚੀਜ਼ ਹੁੰਦੀ ਜਾ ਰਹੀ ਹੈ। ਉਹਦੇ ਨਾਲ ਇੱਕਦਮ ਜਦੋਂ ਪਲੇਟਲੈਟ ਘਟਦੇ ਆ ਤਾਂ ਬੰਦੇ ਨੂੰ ਕੰਟਰੋਲ ਕਰਨਾ ਜਿਹੜਾ ਔਖਾ ਹੋ ਜਾਂਦਾ। ਸੋ ਜਿਹੜੇ ਡੇਂਗੂ ਆ ਇਹ ਤੋਂ ਬਚਣ ਲਈ ਇੱਕੋ ਇੱਕ ਰਸਤਾ ਵਾ ਕਿ ਜਦੋਂ ਕਿਸੇ ਨੂੰ ਲੱਗੇ ਕਿ ਉਹਨੂੰ ਬੁਖਾਰ ਹੋ ਰਿਹਾ, ਉਹ 2 ਟੈਸਟ ਜ਼ਰੂਰ ਕਰਾਵੇ, ਇੱਕ ਡੇਂਗੂ ਔਰ ਦੂਸਰਾ ਰੈਪਿਡ ਟੈਸਟ ਜ਼ਰੂਰ ਕਰਾਵੇ ਕਰੋਨਾ ਦਾ, ਕਿਉਂਕਿ ਇਹ ਦੋਨੋਂ ਹੀ ਬਿਮਾਰੀਆਂ ਜਦੋਂ ਲਪੇਟ ਦੇ ਵਿੱਚ ਆਉਂਦੀਆਂ ਤੇ ਇਨਸਾਨ ਦਾ ਸੰਭਲਣਾ ਬਹੁਤ ਮੁਸ਼ਕਿਲ ਹੋ ਜਾਂਦਾ। ਜੀ ਧੰਨਵਾਦ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਡੇਂਗੂ ਦੇ ਜਿਵੇਂ ਹੁਣ ਚਰਚਾ ਸਾਡੇ ਇੱਕ ਬੜੇ ਦੱਸੋ ਆਪਣੇ ਪਬਲਿਕ ਰਿਲੇਸ਼ਨ ਦੇ ਰਣਦੀਪ ਸਿੰਘ ਆਹਲੂਵਾਲੀਆ ਨੇ ਮਾਨਸਾ ਤੋਂ, ਬੜੇ ਆਪਣੇ ਸੀਨੀਅਰ ਅਫਸਰ ਨੇ, ਦੇਖੋ ਉਹਨਾਂ ਦੇ ਬ੍ਰਦਰ ਨੂੰ ਡੇਂਗੂ ਹੋਇਆ। ਜੀ ਬਿਲਕੁਲ ਧੰਨਵਾਦ ਸਾਹਿਬ। ਇਸ ਬਿਮਾਰੀ ਦਾ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਵੀ ਇਸ ਤੋਂ ਬਚਣਾ ਬਹੁਤ ਜ਼ਰੂਰੀ। ਦੇਖੋ ਡੇਂਗੂ 5 ਫੁੱਟ ਤੱਕ ਉੱਡ ਸਕਦਾ, ਮਲੇਰੀਆ ਹੋਵੇ, ਡੇਂਗੂ ਹੋਵੇ, ਇਹ 5 ਫੁੱਟ ਤੋਂ ਵੱਧ ਇਹਦੀ ਦੌੜ ਨਹੀਂ ਹੈ। ਸੋ ਜਦੋਂ ਵੀ ਅਸੀਂ ਅੱਜ ਕੱਲ੍ਹ ਬਾਹਰ ਨਿਕਲੀਏ ਤੇ ਵੇਸਲੇ ਹੋ ਕੇ ਨਹੀਂ ਨਿਕਲਣਾ ਚਾਹੀਦਾ, ਖਾਸ ਕਰਕੇ ਨਿੱਕਰ ਜਾਂ ਸ਼ਾਰਟਸ ਪਾ ਕੇ ਨਹੀਂ ਬਾਹਰ ਆਉਣਾ ਚਾਹੀਦਾ। ਔਰ ਖਾਸ ਕਰਕੇ ਸਾਨੂੰ ਅਗਰ ਅਸੀਂ ਬਾਥਰੂਮ ਜਾਂਦੇ ਹਾਂ, ਵਾਸ਼ਰੂਮ ਜਾਂਦੇ ਹਾਂ ਜਾਂ ਫਿਰ ਪੈਲੀਆਂ 'ਚ ਕਿਤੇ ਘੁੰਮਦੇ ਹਾਂ ਤਾਂ ਸਾਨੂੰ ਪੈਰ ਜ਼ਰੂਰ ਢੱਕਣੇ ਚਾਹੀਦੇ, ਸ਼ੂਜ਼ ਪਾ ਕੇ ਜਾਣਾ ਚਾਹੀਦਾ, ਸੌਕਸ ਪਾ ਕੇ ਜਾਣਾ ਚਾਹੀਦਾ, ਤਾਂ ਕਿ ਕੋਈ ਵੀ ਮੱਛਰ ਲੜੇ ਤਾਂ ਉਹ ਜਿਹੜਾ ਵਾ ਉਹਦਾ ਵਾਰ ਜ਼ਿਆਦਾ ਨਾ ਹੋ ਸਕੇ। ਦੂਸਰੇ ਪਾਸੇ ਮੈਂ ਜਾਣਕਾਰੀ ਦੇ ਦੇਵਾਂ ਧੰਨਵਾਲੀ ਸਾਹਿਬ ਕਿ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਆ। ਅੱਛਾ ਜੀ। ਜਿਸ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਏਗੀ, ਖਾਸ ਕਰਕੇ ਕਿਸਾਨ ਆੜ੍ਹਤੀ ਭਰਾਵਾਂ ਨੂੰ, ਕਿ ਇਹ ਜੋ 3 ਆਰਡੀਨੈਂਸ ਨੇ ਇਹਦੇ ਕੀ ਨੁਕਸਾਨ ਨੇ, ਮਾਲ ਗੱਡੀਆਂ ਕਿਉਂ ਰੋਕੀਆਂ ਗਈਆਂ, ਜਾਂ ਫਿਰ ਅੱਜ ਦੀ ਜਿਹੜੀ ਤਾਜ਼ਾ ਖਬਰ ਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਵਿਕਾਸ ਲਈ ਫੰਡ ਜਿਹੜੇ ਰੋਕ ਦਿੱਤੇ ਗਏ ਨੇ। ਅੱਛਾ, ਉਹ ਵੀ ਰੋਕ ਦਿੱਤੇ ਗਏ, ਚਰਚਾਵਾਂ ਸੀਗੀਆਂ। ਵੱਡੀ ਖਬਰ ਅੱਜ ਦੀ ਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਜਿੰਨੇ ਵੀ ਪੇਂਡੂ ਵਿਕਾਸ ਦੇ ਫੰਡ ਸਨ ਉਹਨਾਂ ਦੇ ਸਿੱਧੇ ਤੌਰ ਤੇ ਮਨਾਹੀ ਕਰ ਦਿੱਤੀ ਆ। ਇਹ ਬੜੀ ਵੱਡੀ ਗੱਲ ਵਾ, ਕਿਉਂਕਿ ਦੇਖੋ ਕੇਂਦਰ ਸਰਕਾਰ ਹੁਣ ਆਰ ਪਾਰ ਦੀ ਲੜਾਈ ਦੀ ਗੱਲ ਸਾਹਮਣੇ ਆ ਗਈ ਆ ਕਿ ਨਾ ਡਿਵੈਲਪਮੈਂਟ ਹੋਵੇ ਪੰਜਾਬ 'ਚ, ਨਾ ਰੇਲਾਂ ਜਾਣ, ਆਉਣ ਵਾਲੇ ਦਿਨਾਂ 'ਚ ਕੋਲਾ ਖਤਮ ਹੋ ਜਾਣਾ ਕਹਿੰਦੇ, ਤੇ ਡਿਵੈਲਪਮੈਂਟ ਵੀ ਨਾ ਹੋਏਗੀ ਤੇ ਪੰਜਾਬ ਦੇ ਲੋਕ ਜਾਣਗੇ ਕਿੱਧਰ। ਆਖਰ ਕਸੂਰ ਕਿਹਦਾ ਵਾ? ਪੰਜਾਬ ਦੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਧੰਨਵਾਲੀ ਸਾਹਿਬ, ਬਿਲਕੁਲ, ਕਿ ਇਹਨਾਂ ਨੇ ਤੇ ਸਰਕਾਰਾਂ ਬਣਾਈਆਂ। ਹੁਣ ਸਰਕਾਰਾਂ ਮਤਈ ਮਾਂ ਵਾਲਾ ਵਿਹਾਰ ਕਰਨ ਤੇ ਸਰਕਾਰਾਂ ਨੂੰ ਸੋਭਦਾ ਨਹੀਂ। ਜਦੋਂ ਸਰਕਾਰ ਬਣ ਜਾਂਦੀ ਉਹ ਪੂਰੇ ਦੇਸ਼ ਲਈ, ਪੂਰੇ ਸੂਬੇ ਲਈ ਬਣਦੀ ਆ।
ਨਾ ਕਿ ਇੱਕ ਵਰਗ ਲਈ ਜਾਂ ਫਿਰ ਇੱਕ ਸੂਬੇ ਲਈ। ਜੀ ਧੰਨਵਾਦ। ਬਿਲਕੁਲ ਦੇਖੋ ਹੁਣ ਇਸ ਢੰਗ ਨਾਲ ਜਿਵੇਂ ਹੁਣੇ ਗੱਲ ਕਹਿ ਕੇ ਪੰਜਾਬ ਨੂੰ ਜੇਕਰ ਪਹਿਲੇ ਭਾਰਤ ਇੱਕ ਵੱਖਰਾ ਦੇਸ਼ ਹੀ ਮੰਨਣ ਨੂੰ ਤਿਆਰ ਹੈ ਕਿ ਇਹ ਤਾਂ ਸਾਡੇ 'ਚ ਹੈ ਨਹੀਂ, ਫਿਰ ਦੱਸੋ ਕੀ ਕਹੋਗੇ? ਇਹੋ ਤੇ ਗੱਲ ਆ ਧੰਨਵਾਦ ਸਾਹਿਬ, ਸਮਝਣ ਦੀ ਲੋੜ ਆ। ਦੇਖੋ ਕੇਂਦਰ ਸਰਕਾਰ ਨੂੰ ਮਾਲ ਗੱਡੀਆਂ ਕਿਉਂ ਬੰਦ ਕਰਤੀਆਂ ਪੰਜਾਬ ਦੀਆਂ, ਉਹਦਾ ਕਾਰਨ ਤੇ ਦੱਸੇ। ਕਾਰਨ ਕੋਈ ਨਹੀਂ ਇਹਨਾਂ ਕੋਲ। ਆਰਡੀਨੈਂਸ ਕਿਉਂ ਬਣਾਏ, ਇਹਦਾ ਕਾਰਨ ਅੱਜ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਦੱਸ ਪਾਏ ਵੀ ਕੀ ਲੋੜ ਪੈ ਗਈ ਆਰਡੀਨੈਂਸ ਬਣਾਉਣ ਦੀ। ਹਾਂ, ਦੂਸ਼ਣਬਾਜ਼ੀ ਜ਼ਰੂਰ ਇੱਕ ਦੂਜੇ ਤੇ ਕਰ ਰਹੇ ਆ। ਜਾਂ ਤੇ ਕੁਝ ਕਰੋ, ਮੰਨ ਲਓ ਕੁਝ ਕੀਤਾ ਤੁਸੀਂ, ਉਹਦਾ ਕਾਰਨ ਵੀ ਤੇ ਸਾਹਮਣੇ ਆਵੇ ਨਾ, ਕਿਉਂ ਕੀਤਾ, ਆਖਰ ਕਿਉਂ। ਜੇ ਮਾਲ ਗੱਡੀਆਂ ਰੋਕੀਆਂ ਉਹਦਾ ਸਪਸ਼ਟੀਕਰਨ ਤੇ ਦਵੋ ਨਾ ਕਿ ਕਿਉਂ ਰੋਕਦੇ। ਰੇਲ ਮੰਤਰੀ ਸਾਹਮਣੇ ਆ ਜਾਂਦੇ, ਚਲੋ ਮੰਨ ਲਿਆ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸਾਹਮਣੇ, ਰੇਲ ਮੰਤਰੀ ਸਾਹਮਣੇ ਆ ਕੇ ਇਹ ਤੇ ਦੱਸਣ ਵੀ ਕਿਉਂ ਨਹੀਂ ਕਰ ਰਹੇ ਤੁਸੀਂ, ਕਿਉਂ ਮਾਲ ਗੱਡੀਆਂ ਰੋਕਦੀਆਂ, ਉਹਦਾ ਕਾਰਨ ਦੱਸੋ। ਜਦੋਂ ਤੁਸੀਂ ਇਹ ਗੱਲ ਕਹੀ ਕਿਸਾਨਾਂ ਨੂੰ ਕਿ ਸਾਨੂੰ ਟਰੈਕ ਵੇਲੇ ਚਾਹੀਦੇ ਆ, ਟਰੈਕ ਵੇਲੇ ਕਰ ਦਿੱਤੇ ਗਏ। ਹੁਣ ਪੈਸੰਜਰ ਗੱਡੀਆਂ ਕਿਸਾਨ ਕਹਿੰਦੇ ਨਹੀਂ ਚੱਲਣ ਦੇਣੀਆਂ ਤੇ ਨਾ ਚੱਲਣ। ਘੱਟੋ ਘੱਟ ਮਾਲ ਗੱਡੀਆਂ ਤੇ ਭੇਜੋ। ਉਹਦੇ 'ਚ ਦੇਖੋ ਸਾਡੇ ਇੱਧਰ ਬਾਰਡਰ ਏਰੀਆ ਵਾ ਸਾਰਾ ਹੀ, ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਤੋਂ ਸ਼ੁਰੂ ਕਰ ਲਈਏ, ਲੇਹ ਲਦਾਖ ਤੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਸਾਰਾ ਹੀ ਬਾਰਡਰ ਏਰੀਆ ਵਾ। ਬਾਰਡਰ ਏਰੀਆ ਫੌਜ ਨਹੀਂ ਹੈ ਕਿ ਹੁਣ ਸਾਰਾ ਖਰਚਾ ਜਿਹੜਾ ਕੇਂਦਰ ਰੋਡ ਦੇ ਰਸਤੇ ਤੈਅ ਕਰੇਗੀ, ਕਿਉਂਕਿ ਫੌਜ ਨੂੰ ਵੀ ਸਾਰਾ ਕੁਝ ਚਾਹੀਦਾ। ਦੇਖੋ ਜਿਹੜੀਆਂ ਸਰਕਾਰਾਂ ਨੇ ਉਹ ਇਸ ਢੰਗ ਦੀ ਟਕਰਾਅ, ਤੁਸੀਂ ਕੋਈ ਇੱਥੇ ਕੋਈ ਅੰਗਰੇਜ਼ਾਂ ਦਾ ਰਾਜ ਆ ਵੀ ਜਿਹੜਾ ਤੁਸੀਂ ਲੋਕਾਂ ਦੇ ਸਾਹ ਬੰਦ ਕਰ ਰਹੇ ਹੋ? ਪਹਿਲਾਂ ਤੁਸੀਂ ਕੀ ਕੀਤਾ? ਪਹਿਲਾਂ ਤੁਸੀਂ ਜੰਮੂ ਕਸ਼ਮੀਰ ਵਾਲਿਆਂ ਦਾ ਸਾਹ ਬੰਦ ਕਰਤਾ, ਹੁਣ ਪੰਜਾਬ ਵਾਲਿਆਂ ਦਾ ਸਾਹ ਬੰਦ ਕਰੋਗੇ? ਦੇਖੋ ਜੋ ਹਾਲਾਤ ਲੱਗਦੇ ਆ ਦਾਨੇਵਾਲੇ ਸਾਹਿਬ, ਜਿੱਦਾਂ ਅਸੀਂ ਸ਼ੁਰੂਆਤ 'ਚ ਗੱਲ ਕਰਦੇ ਹੁੰਦੇ ਸਾਂ ਕਿ ਆਉਣ ਵਾਲੇ ਦਿਨਾਂ 'ਚ ਮਾਹੌਲ ਪੰਜਾਬ ਦਾ ਖਰਾਬ ਹੋ ਜਾਏਗਾ। ਹਾਲਾਤ ਜਿਹੜੇ ਨੇ ਉਹ ਬਿਲਕੁਲ ਜੰਮੂ ਕਸ਼ਮੀਰ ਵਾਲੇ ਹੋ ਜਾਣਗੇ। ਅਗਰ ਗਵਰਨਰ ਰਾਜ ਇੱਥੇ ਲੱਗ ਗਿਆ ਤਾਂ ਇੱਥੇ ਸ਼ਰੇਆਮ ਕਤਲੇਆਮ ਹੋ ਜਾਣਗੇ। ਔਰ ਇਹ ਜਿਹੜਾ ਪੰਜਾਬ ਵਾ, ਹਮੇਸ਼ਾ ਹੀ ਕਿਹਾ ਗਿਆ ਵਾ ਕਿ ਜਦੋਂ ਦੇਸ਼ ਦੀ ਆਜ਼ਾਦੀ ਦਾ ਸਮੇਂ ਸੀ 80% ਕੁਰਬਾਨੀਆਂ ਜਿਹੜੀਆਂ ਪੰਜਾਬੀ ਲੋਕਾਂ ਨੇ ਕੀਤੀਆਂ ਨੇ। ਸੋ ਇਹ ਨਾ ਹੋਵੇ ਕਿ ਹੁਣ ਪੰਜਾਬੀਆਂ ਨੂੰ ਆਪਸ 'ਚ ਲੜਾਇਆ ਜਾਵੇ ਤੇ ਮਰਵਾਇਆ ਜਾਏ, ਕਿਉਂਕਿ ਪੰਜਾਬ ਫਿਲਹਾਲ ਖੁਸ਼ਹਾਲ ਏਰੀਆ ਵਾ। ਲੋਕ ਇੱਥੇ ਇੱਕ ਦੂਜੇ ਨੂੰ ਪਿਆਰ ਕਰਦੇ ਆ, ਇੱਕ ਦੂਜੇ ਨੂੰ ਜਾਣਦੇ ਆ। ਫੋਰ ਐਗਜ਼ਾਮਪਲ ਧੰਨਵਾਦ ਸਾਹਿਬ, ਤੁਸੀਂ ਦੇਸ਼ ਵੀ ਘੁੰਮੇ ਹੋ ਤੇ ਵਿਦੇਸ਼ ਵੀ ਘੁੰਮੇ ਹੋ। ਅਗਰ ਆਪਾਂ ਪੰਜਾਬ ਛੱਡ ਕੇ ਚੰਡੀਗੜ੍ਹ ਚੱਲ ਜਾਈਏ ਤੇ ਕਿਸੇ ਸੈਕਟਰ ਦੇ ਵਿੱਚ ਇੱਕ ਤੋਂ ਦੂਸਰੇ ਜਿਹਦੀ ਕੰਧ ਨਾਲ ਕੰਧ ਸਾਂਝੀ, ਉਹਦਾ ਨਾਂ ਪੁੱਛੀਏ ਨਾ ਤੇ ਨਾਂ ਨਹੀਂ ਪਤਾ ਹੁੰਦਾ ਕਿ ਕਿਸੇ ਦੇ ਗੈਸਟ ਦੂਜੇ ਦੇ ਘਰ ਆ ਗਏ। ਤੇ ਆਪਣੇ ਪਿੰਡਾਂ ਦੇ ਵਿੱਚ ਇੱਕ ਗੈਸਟ ਆ ਜਾਏ ਤੇ ਉਹਨੂੰ ਸੱਥ 'ਚ ਖਿਲਾਰ ਕੇ ਪੁੱਛਦੇ ਆ ਵੀ ਭਾਈ ਕਿਹਦੇ ਘਰ ਜਾਣਾ, ਤੇ ਉਹਦੇ ਘਰ ਛੱਡ ਕੇ ਆਉਂਦੇ ਆ। ਤੇ ਰੱਬ ਨਾ ਕਰੇ ਅਗਲੇ ਦੇ ਘਰ ਕੋਈ ਨਾ ਹੋਵੇ ਤਾਂ ਉਹਦਾ ਗਵਾਂਢੀ, ਪਿੰਡ ਦਾ ਸਰਪੰਚ ਜਾਂ ਲਾਗੇ ਚਾਗੇ ਦੇ ਲੋਕ ਉਸ ਘਰ ਦੇ ਪ੍ਰਾਹੁਣਿਆਂ ਨੂੰ ਬਿਠਾ ਕੇ ਰੋਟੀ ਪਾਣੀ ਖਵਾਉਂਦੇ, ਚਾਹ ਪਾਣੀ ਪਿਲਾਉਂਦੇ ਆ ਵੀ ਕੋਈ ਨਹੀਂ ਭਾਈ ਸਾਹਿਬ, ਜੇ ਤੁਹਾਡੇ ਰਿਸ਼ਤੇਦਾਰ ਨਹੀਂ ਆ ਤਾਂ ਅਸੀਂ ਤੁਹਾਡੀ ਖਿਦਮਤ 'ਚ ਬੈਠੇ ਆ ਜੀ। ਚੰਡੀਗੜ੍ਹ ਦਿੱਲੀ ਚਲੇ ਜਾਓ, ਐਸਾ ਕੋਈ ਮਾਹੌਲ ਨਹੀਂ ਅੱਜ ਵੀ ਪੈਦਾ ਹੋਇਆ ਉੱਥੇ। ਬਿਲਕੁਲ ਜੀ ਬਿਲਕੁਲ। ਕਿਸ ਤਰ੍ਹਾਂ ਪੰਜਾਬੀ ਕਿੱਦਾਂ ਸਰਵਾਈਵ ਕਰਨਗੇ, ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਕਿ ਇਹ ਮਤਈ ਮਾਂ ਦੇ ਨਹੀਂ ਆ, ਇਹ ਸਾਰੇ ਇੱਕ ਕੇਂਦਰ ਦੀ ਸਰਕਾਰ ਦੇ ਥੱਲੇ ਆਨੇ ਆ। ਠੀਕ ਹੈ, ਇੱਥੇ ਕਾਂਗਰਸ ਦੀ ਸਰਕਾਰ ਆ ਤੇ ਕੋਈ ਗੁਨਾਹ ਨਹੀਂ ਹੋ ਗਿਆ ਕਿ ਬੀਜੇਪੀ ਦੀ ਸਰਕਾਰ ਨਹੀਂ ਹੈ, ਇਹ ਕੋਈ ਬਹੁਤ ਵੱਡਾ ਪਾਪ ਨਹੀਂ ਹੋ ਗਿਆ। ਕਿਉਂਕਿ ਦੇਖੋ ਅੱਗੇ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਆ ਰਹੀਆਂ, ਇਹਦਾ ਮਤਲਬ ਆ ਕਿ ਕੇਂਦਰ ਬਿਲਕੁਲ ਪੰਜਾਬ ਨੂੰ ਜ਼ੀਰੋ ਸਮਝਦਾ, ਪੰਜਾਬ ਨੂੰ ਸਮਝਦਾ ਕਿ ਕੋਈ ਗੱਲ ਨਹੀਂ, ਅਗਰ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਵੀ ਹਾਰ ਜਾਣਗੇ ਤੇ ਕੋਈ ਗੱਲ ਨਹੀਂ, ਕਿਉਂਕਿ 13 ਸੀਟਾਂ ਨੇ ਇੱਥੇ, ਇਸ ਕਰਕੇ ਸ਼ਾਇਦ ਪੰਜਾਬ ਨੂੰ ਇਗਨੋਰ ਮਾਰ ਰਿਹਾ। ਔਰ ਆਉਣ ਵਾਲੇ ਦਿਨਾਂ 'ਚ ਕਿਹਾ ਜਾਂਦਾ ਕਿ ਲਾਸਟ ਈਅਰ ਜਿਹੜਾ ਸਰਕਾਰ ਦਾ ਹੁੰਦਾ ਇਲੈਕਸ਼ਨ ਈਅਰ ਹੁੰਦਾ। ਇਹਦਾ ਮਤਲਬ ਆ ਕਿ ਕੇਂਦਰ ਦੀ ਸਰਕਾਰ ਇਹ ਸਮਝਦੀ ਪਈ ਹੈ ਕਿ ਬੀਜੇਪੀ ਦੀ ਸਰਕਾਰ ਹੀ ਨਹੀਂ ਬਣਨੀ ਇੱਥੇ। ਸੋ ਇਹ ਸਾਰੀਆਂ ਗੱਲਾਂ ਵਿਚਾਰਨਯੋਗ ਆ। ਕੇਂਦਰ ਨੂੰ ਐਸਾ ਆਪਣਾ ਰਵੱਈਆ ਨਹੀਂ, ਡਿਕਟੇਟਰਸ਼ਿਪ ਨਹੀਂ ਦਿਖਾਣੀ ਚਾਹੀਦੀ, ਸਗੋਂ ਜ਼ਿਆਦਾ ਫੰਡ ਭੇਜੇ, ਲੋਕਾਂ ਦੇ ਦਿਮਾਗ 'ਚ ਆਪਣਾ ਪ੍ਰਭਾਵ ਬਣਾਵੇ ਕਿ ਦੇਖੋ ਤੁਸੀਂ ਤੇ ਸਾਡੇ ਨਾਲ ਗੱਲ ਨਹੀਂ ਮੰਨ ਰਹੇ ਪਰ ਅਸੀਂ ਤੁਹਾਨੂੰ ਸਭ ਕੁਝ। ਜਿਗਰਾ ਕੌਣ ਲਿਆਵੇ ਜੀ? ਜਿਗਰਾ ਤਾਂ ਫਿਰ ਗੱਲ ਮੈਂ ਦੱਸ ਕੇ ਹਟਿਆ ਕਿ ਇਸ ਪਿੰਡ ਦਾ ਉਹ ਸਰਪੰਚ ਹੈ ਜਿਹਨੂੰ ਇੱਕ ਧਨਾੜ ਦੇ ਖੜਾ ਕੁੱਤਾ ਹੁੰਦਾ। ਮੈਨੂੰ ਲੱਗਦਾ ਇਹਦੇ ਪਿੱਛੇ ਅਡਾਨੀਆਂ ਬਾਨੀਆਂ ਦੀਆਂ ਨੇ। ਕਿਉਂ ਸਿੱਧੇ ਗੱਲ ਦੇ ਉੱਤੇ ਕਹੀਏ, ਕੋਈ ਗਰੇਜ਼ ਨਹੀਂ ਹੈ, ਭਾਵੇਂ ਆਪਣਾ ਕੱਲ ਨੂੰ ਇਹ ਪੇਜ ਤੇ ਰੇਡੀਓ ਵੀ ਬੰਦ ਕਰਾ ਦੇਣਾ, ਆਪਾਂ ਨੂੰ ਇਸ ਚੀਜ਼ ਦੀ ਗੱਲ ਨਹੀਂ ਹੈ। ਦੇਖੋ ਇਹ ਦਾਨੇਵਾਲੇ ਸਾਹਿਬ ਉਹ ਗੱਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਜੇ ਜੰਮੂ ਕਸ਼ਮੀਰ ਵਾਲਾ ਗਵਰਨਰ ਰਾਜ ਹੋ ਜਾਂਦਾ, ਇੱਥੇ ਸਾਹ ਲੈਣਾ ਔਖਾ ਹੋ ਜਾਏਗਾ। ਜਿਹੜੇ ਲੋਕ ਥੋੜੀ ਬਹੁਤ ਰੋਟੀ ਖਾਂਦੇ ਆ ਉਹ ਤੋਂ ਵੀ ਵਾਂਝੇ ਹੋ ਜਾਣਗੇ ਲੋਕ। ਦੇਖੋ ਕੇਰਲਾ ਦੇ ਲੋਕ, ਮੈਂ ਤੁਹਾਨੂੰ ਪੰਜਾਬ 'ਚ ਕੰਮ ਕਰਦੇ ਦਿਖਾ ਦਿੰਦਾ, ਜਦਕਿ ਕੇਰਲਾ ਬਹੁਤ ਪੜ੍ਹੀ ਲਿਖੀ ਸਟੇਟ ਹੈ। ਬਿਲਕੁਲ ਹੈਗੀ ਹੈ ਜੀ। ਬਿਹਾਰ ਦੇ ਲੋਕ ਤੀਜਾ ਹਿੱਸਾ ਇੱਥੇ ਆਉਂਦਾ ਵਾ, ਚੌਥਾ ਹਿੱਸਾ ਬਿਹਾਰ 'ਚ ਰਹਿੰਦਾ ਵਾ। ਯੂਪੀ ਦੇ ਲੋਕ, ਦਿੱਲੀ ਦੇ ਲੋਕ, ਮਤਲਬ ਕਿਹੜਾ ਐਸਾ ਸੂਬਾ ਵਾ ਜਿਹਦੇ ਲੋਕ, ਮੱਧ ਪ੍ਰਦੇਸ਼ ਦੇ ਲੋਕ ਇੱਥੇ ਆਉਂਦੇ, ਰਾਜਸਥਾਨੀ ਲੋਕ ਇੱਥੇ ਆਉਂਦੇ ਨੇ। ਅੱਜ ਕੱਲ੍ਹ ਤੇ ਇੱਕ ਰਿਵਾਜ ਬਣ ਗਿਆ, ਰਾਜਸਥਾਨੀ ਲੋਕ ਵੀ ਇੱਕ ਊਂਠਾਂ ਦੀ ਡਾਰ ਲੈ ਆਉਂਦੇ ਆ, ਉਹ ਊਂਠ ਵਿਆਹਾਂ 'ਚ ਵੀ ਕਿਰਾਏ ਦੇ ਜਾਂਦੇ ਆ, ਉਹ ਮੇਲਿਆਂ 'ਚ ਵੀ ਜਾਂਦੇ ਆ,
ਉਹ ਨੁਮਾਇਸ਼ਾਂ 'ਚ ਵੀ ਜਾਂਦੇ ਆ। ਜੇ ਰਾਜਸਥਾਨ ਤੋਂ ਲੋਕ ਪੈਦਲ ਤੁਰ ਕੇ ਇੱਥੇ ਆ ਕੇ ਪੰਜਾਬ 'ਚ ਕਮਾਈ ਕਰਦੇ, ਇਹਦਾ ਮਤਲਬ ਆ ਕਿ ਪੰਜਾਬ ਦੇ ਲੋਕ ਬਾਹਰ ਦੇ ਲੋਕਾਂ ਨੂੰ ਐਕਸੈਪਟ ਕਰਦੇ ਆ। ਬਿਲਕੁਲ ਜੀ। ਇਹਦਾ ਮਤਲਬ ਕਿ ਕੱਲ ਨੂੰ ਪੰਜਾਬ ਦੇ ਲੋਕ ਫਿਰ ਉਹ ਮਹਾਰਾਸ਼ਟਰ ਵਾਲਾ ਹਾਲ ਹੋ ਜਾਏਗਾ ਜੀ, ਇੱਥੇ ਸਿਰਫ ਮਰਾਠੀ ਲੋਕ ਲੈਣਗੇ, ਬਾਕੀਆਂ ਨੂੰ ਵਧਾ ਦਿਓ। ਇਹੋ ਹੀ ਕਤਲੇਆਮ ਹੋਏਗਾ ਜਿਹੜਾ ਕੇਂਦਰ ਦੀ ਸਰਕਾਰ ਨੂੰ ਨਹੀਂ ਕਰਨ ਦੇਣਾ ਚਾਹੀਦਾ। ਭੁੱਖਮਰੀ ਵਧੇਗੀ, ਸਾਰਿਆਂ ਨੂੰ ਬਰਾਬਰ ਤੇ ਇੱਕੋ ਨਿਗਾਹ ਨਾਲ ਦੇਖਣਾ ਚਾਹੀਦਾ। ਮਿਹਰਬਾਨੀ। ਇਹ ਆਪਾਂ ਕਾਲ ਲੈ ਲਈਏ ਜੀ। ਸਤਿ ਸ਼੍ਰੀ ਅਕਾਲ ਜੀ। 92-164 ਤੇ ਆਉਂਦੇ ਰਹੋ। ਧੰਨਵਾਦ ਜੀ ਸਾਹਿਬ। ਸਤਿ ਸ਼੍ਰੀ ਅਕਾਲ। ਮੈਂ ਮਨੋਜ ਸਿੰਘ ਬੋਲ ਰਿਹਾ ਜੀ। ਮਨੋਜ ਸਿੰਘ ਜੀ। ਧੰਨਵਾਦ ਸਾਹਿਬ। ਅਸੀਂ ਬੜੇ ਕ੍ਰਿਟੀਕਲ ਟਾਈਮ ਤੋਂ ਲੰਘ ਰਹੇ ਹਾਂ। ਤੁਸੀਂ ਸਾਰਿਆਂ ਨੂੰ ਸਮਝਾ ਰਹੇ ਆ, ਆਪਾਂ ਸਾਰਿਆਂ ਨੂੰ ਸਮਝਾ ਰਹੇ ਹਾਂ। ਮੈਂ ਇਤਰਾਜ਼ ਇੱਕ ਗੱਲ ਤੇ ਕਰਦਾ ਕਿ ਕੱਲ ਇੱਕ ਵੀਡੀਓ ਵਾਇਰਲ ਹੋ ਕੇ ਆਉਂਦੀ ਹੈ ਇੱਕ ਪਿੰਡ ਦੇ ਵਿੱਚੋਂ, ਜਿੱਥੇ ਕਿ ਪਿੰਡ ਦੇ ਗੁਰਦੁਆਰੇ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਮੈਂ ਨਾਂ ਨਹੀਂ ਲੈਂਦਾ ਉਹਨਾਂ ਦੀ ਅੰਤਿਮ ਸੰਸਕਾਰ ਕੀਤੀ ਗਈ। ਤੇ ਮੈਂ ਕਿਹਾ ਯਾਰ, ਅਸੀਂ ਆਪਦੀ ਐਡੀ ਵੱਡੀ ਅਰਦਾਸ ਦੀ ਮਹੱਤਤਾ ਦਾ ਕਿਉਂ ਜਲੂਸ ਕੱਢਣ ਲੱਗੇ ਆ? ਸਾਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਆ। ਮਿਹਰਬਾਨੀ ਕਰੋ, ਹਰ ਕੰਮ ਤੋਂ ਬਚ ਕੇ ਰਹੋ ਤੇ ਧਿਆਨ ਰੱਖੋ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਪਾਂ ਅਰਦਾਸ ਤਾਂ ਹਰ ਕਿਸੇ ਦੇ ਚੰਗੇ ਲਈ ਹੀ ਮੰਗਦੇ ਆ ਜੀ। ਤੇ ਪ੍ਰੋਗਰਾਮ ਸ਼ਮਾਦਾਨ ਇਸੇ ਤਰ੍ਹਾਂ ਚੱਲ ਰਿਹਾ। ਜੇਕਰ ਤੁਸੀਂ ਵੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਕੁਝ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ 9780141748 ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਫਿਰੋਜ਼ਪੁਰ ਚੱਲਦੇ ਹਾਂ ਜੀ। ਗੁਰਦਰਸ਼ਨ ਮੇਰੇ ਨਾਲ ਨੇ। ਗੁਰਦਰਸ਼ਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ। ਗੁਰਦਰਸ਼ਨ ਜੀ, ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ। ਯੂਰੀਆ ਵਗੈਰਾ ਦਾ ਕੀ ਹਾਲ ਹੈ ਜੀ? ਕੀ ਹੈ ਕਿ ਕਿਸਾਨਾਂ ਨੂੰ ਯੂਰੀਆ ਤਾਂ ਅਜੇ ਕੋਰ 'ਚ ਪੈਣੀ ਹੈ। DAP ਮਿਲ ਰਹੀ ਹੈ ਜੀ? ਕਿੰਨੀ ਜੀ? ਹਾਂਜੀ, ਫਿਲਹਾਲ ਕਿਉਂਕਿ ਜਿਹੜੀ ਬਿਜਾਈ ਅਜੇ ਦਾਨੇਵਾਲੇ ਸਾਹਿਬ ਸ਼ੁਰੂ ਹੋਈ ਹੈ, ਤਾਂ ਇਸ ਵਾਰ ਜਿਹੜਾ ਹੈਗਾ ਉਹ ਝੋਨੇ ਦੀ ਪਰਾਲੀ ਨੂੰ ਅੱਗ ਵੀ ਬਹੁਤ ਲੱਗੀ ਹੈ, ਕਿਉਂਕਿ ਕਿਸਾਨ ਵੈਸੇ ਹੀ ਅੱਕੇ ਬੈਠੇ ਸੀਗੇ। ਤੇ ਜੇ ਦੂਜੇ ਪਾਸੇ ਕਹੀਏ ਕਿ ਕਣਕ ਦੀ ਬਿਜਾਈ ਜਿਹੜੀ ਆ ਉਹ ਸ਼ੁਰੂਆਤ ਹੀ ਹੋਈ ਆ। ਫਿਲਹਾਲ ਲੋਕਾਂ ਕੋਲੇ ਡਾਈ ਦੀ ਕੋਈ ਥੋੜ ਨਹੀਂ ਹੈਗੀ। ਡਾਈ ਹੈਗੀ ਹੈ, ਡਾਈ ਖਾਦ DAP ਜਿਹਨੂੰ ਆਪਾਂ ਕਹਿੰਦੇ ਆ। ਪਰ ਆਉਣ ਵਾਲੇ ਦਿਨਾਂ 'ਚ ਜਦੋਂ ਇਹ ਜ਼ੋਰ ਫੜ ਜਾਏਗੀ, ਉਦੋਂ ਹੋ ਸਕਦਾ ਹੈ ਕਿ ਮਾਰਕੀਟ ਦੇ ਵਿੱਚ ਡਾਈ ਦੀ ਕਮੀ ਆਵੇ। ਜਿਸ ਤਰੀਕੇ ਦੇ ਨਾਲ ਟ੍ਰੇਨਾਂ ਵੀ ਰੁਕ ਗਈਆਂ ਨੇ, ਇਹਨਾਂ ਦੇ ਰੈਕ ਜਿਹੜੇ ਆ ਉਹ ਨਹੀਂ ਲੱਗ ਰਹੇ। ਹੁਣ ਸੁਸਾਇਟੀਆਂ ਦੇ ਵਿੱਚੋਂ ਡਾਈ ਦੀ ਕਿੰਨੀ ਕੁ ਉਹਨਾਂ ਦੇ ਕੋਲ ਕਪੈਸਿਟੀ ਹੈਗੀ ਹੈ, ਇਹਦਾ ਹਜੇ ਜਾਣਕਾਰੀ ਨਹੀਂ ਹੈ। ਪਰ ਫਿਲਹਾਲ ਕਿਸਾਨਾਂ ਵੱਲੋਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ DAP ਖਾਦ ਦੇ ਕਰਕੇ ਉਹਨਾਂ ਨੂੰ ਕੋਈ ਦਿੱਕਤ ਆਊਗੀ। ਫਿਲਹਾਲ DAP ਜਿਵੇਂ ਕਿ ਬਿਲਕੁਲ ਬਿਜਾਈ ਅਜੇ ਸ਼ੁਰੂਆਤੀ ਦੌਰ ਦੇ ਵਿੱਚ ਹੈ, ਤਾਂ ਕਿਸਾਨਾਂ ਕੋਲ DAP ਅਜੇ ਹੈਗੀ ਹੈ ਜੀ। ਤੇ ਬਾਰਦਾਨਾ ਵਗੈਰਾ ਦੀ ਕੀ ਸਥਿਤੀ ਹੈ ਜੀ? ਹਾਂ, ਮੰਡੀਆਂ ਦੇ ਵਿੱਚ ਜਿਹੜਾ ਹੁਣ ਲਾਸਟ, ਕਿਉਂਕਿ ਪਹਿਲਾਂ ਝੋਨੇ ਦੀ ਜਿਹੜੀ ਚੁਕਾਈ ਹੈ, ਤੁਲਾਈ ਹੈ ਤੇ ਢੋਆ ਢੁਆਈ ਸੀ, ਉਹ ਬੜੀ ਫਾਸਟ ਸਪੀਡ ਦੇ ਨਾਲ ਸੀਗੀ। ਪਰ ਹੁਣ ਜਿਹੜਾ ਹੈਗਾ ਕਿਸਾਨ ਮੰਡੀਆਂ ਦੇ ਵਿੱਚ ਬੈਠੇ ਨੇ। ਫਿਰੋਜ਼ਪੁਰ ਡਿਸਟ੍ਰਿਕਟ ਦੀਆਂ ਕਈ ਐਸੀਆਂ ਮੰਡੀਆਂ ਨੇ ਜਿਨ੍ਹਾਂ 'ਚ ਬਾਰਦਾਨੇ ਦੀ ਬੜੀ ਕਮੀ ਹੈ, ਜਿਹਦੇ ਕਰਕੇ ਲੇਬਰ ਵੀ ਪਰੇਸ਼ਾਨ ਆ, ਕਿਉਂਕਿ ਉਹਨਾਂ ਨੇ ਵਿਹਲੇ ਹੋ ਕੇ ਘਰੋਂ ਘਰੀ ਜਾਣਾ ਹੁੰਦਾ ਆਪਣੇ ਹੋਰ ਕੰਮਾਂ ਕਾਰਾਂ ਲਈ। ਤੇ ਆੜ੍ਹਤੀਏ ਵੀ ਪਰੇਸ਼ਾਨ ਨੇ, ਦੇ ਨਾਲ ਨਾਲ ਕਿਸਾਨ ਤਾਂ ਪਰੇਸ਼ਾਨ ਹੈ ਹੀ ਹੈ, ਕਿਉਂਕਿ ਲਗਾਤਾਰ ਉਹਨਾਂ ਨੂੰ ਕਈ ਦਿਨ ਮੰਡੀਆਂ ਦੇ ਵਿੱਚ ਬੈਠਣਾ ਪੈਂਦਾ। ਤਾਂ ਸਮਾਂ ਰਹਿੰਦਿਆਂ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਜਿਹੜਾ ਬਾਰਦਾਨਾ ਹੈ, ਉਹ ਜਦੋਂ ਪਤਾ ਹੈ ਕਿ ਸਾਡੀ ਜਿਹੜੀ ਇੰਨੀ ਖਰੀਦ ਹੈ, ਹਰ ਸਾਲ ਜਿਹੜੀ ਇੰਨੀ ਕਣਕ ਇੰਨਾ ਝੋਨਾ ਜਿਹੜਾ ਹੁੰਦਾ, ਉਹਦੇ ਬਰਾਬਰ ਦਾ ਬਾਰਦਾਨਾ ਕਿਉਂ ਨਹੀਂ ਪਹਿਲਾਂ ਹੀ ਪ੍ਰੋਵਾਈਡ ਕੀਤਾ ਜਾਂਦਾ। ਸੋ ਇੱਕ ਬੜੀ ਵੱਡੀ ਪ੍ਰਸ਼ਾਸਨ ਦੀ ਨਲਾਇਕੀ ਆਪਾਂ ਕਹਿ ਸਕਦੇ ਹਾਂ, ਮੰਡੀ ਬੋਰਡ ਦੀ ਜਾਂ ਜਿਹੜੀਆਂ ਏਜੰਸੀਜ਼ ਖਰੀਦ ਕਰਦੀਆਂ ਨੇ ਉਹਨਾਂ ਏਜੰਸੀਆਂ ਦੀ ਨਲਾਇਕੀ ਹੈ ਕਿ ਜਿਹੜਾ ਬਾਰਦਾਨੇ ਕਰਕੇ ਜਿਹੜਾ ਕਿਸਾਨਾਂ ਨੂੰ, ਲੇਬਰ ਨੂੰ ਤੇ ਜਿਹੜਾ ਆੜ੍ਹਤੀਆਂ ਨੂੰ ਜਿਹੜਾ ਹੈਗਾ ਉਹ ਕਈ ਤਰ੍ਹਾਂ ਖੱਜਲ ਖਰਾਬੀ ਜਿਹੜੀ ਮੰਡੀਆਂ ਦੇ ਵਿੱਚ ਹੋ ਰਹੀ ਹੈ ਉਹਨਾਂ ਦੀ। ਮਿਹਰਬਾਨੀ, ਸ਼ੁਕਰੀਆ ਤੁਹਾਡਾ। ਤੇ ਹੁਣ ਬਰਨਾਲੇ ਚੱਲਦੇ ਹਾਂ। ਬਰਨਾਲੇ ਤੋਂ ਕਮਲਜੀਤ ਮੇਰੇ ਨਾਲ ਨੇ। ਕਮਲਜੀਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹੁਣ ਜਿਹੜਾ ਨਵਾਂ ਐਲਾਨਨਾਮਾ ਕੀਤਾ ਜੀ ਕਿਸਾਨ ਜਥੇਬੰਦੀਆਂ ਵੱਲੋਂ, ਅੱਗੇ ਦੀਆਂ ਜਿਹੜਾ ਤਿਆਰੀਆਂ ਨੇ ਸੰਘਰਸ਼ ਦੀਆਂ, ਉਹ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ? ਅੱਜ ਅਸੀਂ ਮਨਜੀਤ ਸਿੰਘ ਧਨੇਰ ਜਿਹੜੇ ਦਿੱਲੀ ਮੀਟਿੰਗ ਦੇ ਵਿੱਚ ਗਏ ਸੀਗੇ, ਉੱਥੇ 5 ਮੈਂਬਰੀ ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ ਬਣੀ ਇੱਕ, ਜਿਹਦੇ ਵਿੱਚੋਂ ਰਾਜੇਵਾਲ ਜਿਹੜੇ ਨੇ ਬਲਵੀਰ ਸਿੰਘ ਰਾਜੇਵਾਲ ਪੰਜਾਬ ਵੱਲੋਂ ਉਹਨਾਂ ਨੂੰ ਲਿਆ ਗਿਆ ਹੈਗਾ। ਤੇ 21 ਸੂਬਿਆਂ ਦੀਆਂ ਵੱਖ-ਵੱਖ ਜਥੇਬੰਦੀਆਂ, 350 ਦੇ ਜਥੇਬੰਦੀਆਂ ਦੇ ਕਰੀਬ ਜਿਹੜੀ ਮੀਟਿੰਗ ਕੱਲ ਉਹ ਦਿੱਲੀ ਦੇ ਵਿੱਚ ਹੋਈ ਹੈਗੀ। ਉੱਥੇ ਐਲਾਨ ਕੀਤੇ ਗਏ ਨੇ, ਵੱਡੇ ਐਲਾਨ ਕੀਤੇ ਗਏ ਨੇ ਵੀ ਸੰਘਰਸ਼ ਆ ਜਿਹੜਾ ਇਹਨੂੰ ਹੋਰ ਤੇਜ਼ ਕੀਤਾ ਜਾਊਗਾ, ਦੇਸ਼ ਵਿਆਪੀ ਘੋਲ ਬਣਾਇਆ ਜਾਊਗਾ ਕਿਸਾਨੀ ਸੰਘਰਸ਼ ਨੂੰ। ਉਹਨੂੰ ਲੈ ਕੇ ਬਰਨਾਲਾ ਦੇ ਵਿੱਚ ਅੱਜ ਮਨਜੀਤ ਸਿੰਘ ਧਨੇਰ ਹੁਣ ਆਏ ਸੀਗੇ। ਉਹਨਾਂ ਨੇ ਤਿਆਰੀਆਂ ਵਜੋਂ ਹੁਣੇ ਤੋਂ ਜਿਹੜੀਆਂ ਤਿਆਰੀਆਂ ਉਹ ਪਿੰਡਾਂ ਦੇ ਵਿੱਚ ਲੋਕਾਂ ਦੀ ਲਾਮਬੰਦੀ ਲਈ ਵਿੱਢ ਦਿੱਤੀਆਂ ਗਈਆਂ ਵੀ 5 ਤਰੀਕ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਦੇਸ਼ ਵਿਆਪੀ ਜਿਹੜਾ ਦਿੱਤਾ ਗਿਆ, ਉਹ ਕਾਮਯਾਬ ਬਣਾਉਣ ਲਈ 12 ਤੋਂ 4 ਵਜੇ ਤੱਕ ਪੂਰਾ ਮੁਕੰਮਲ ਤੌਰ ਤੇ ਜਿਹੜਾ ਚੱਕਾ ਜਾਮ ਆ ਉਹ ਦੇਸ਼ ਭਰ ਦੇ ਵਿੱਚ ਰਹੂਗਾ, ਜਿਹਨੂੰ ਪੰਜਾਬ ਦੇ ਵਿੱਚ ਕਾਮਯਾਬ ਬਣਾਉਣ ਲਈ ਹੁਣੇ ਤੋਂ ਜਿਹੜੀ ਤਿਆਰੀ ਹੈਗੀ
ਉਹ ਵੀ ਕੀਤੀ ਗਈ ਹੈ। ਤੇ ਦੂਜੇ ਪਾਸੇ ਜਿਸ ਤਰ੍ਹਾਂ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਜਾਂ ਜਿਸ ਤਰ੍ਹਾਂ ਬਿਆਨ ਆ ਰਹੇ ਨੇ ਸੈਂਟਰ ਦੇ ਮੰਤਰੀਆਂ ਦੇ, ਉਹਦੇ ਲਈ ਵੀ ਉਹਨਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਗਾ ਵੀ ਜਿਹੜਾ ਸੰਘਰਸ਼ ਆ ਉਹ ਜਿਹੜਾ ਘੋਲ ਨੇ, ਲੰਬੇ ਘੋਲ ਨੇ ਇਹ, ਤੇ ਸ਼ਾਂਤਮਈ ਤਰੀਕੇ ਨਾਲ ਆਪਾਂ ਲੜਨੇ ਆ। ਜੇ ਕੋਈ ਖਲਲ ਪਾਉਣ ਦੀ ਗੱਲ ਕਰਦਾ ਗਾ ਉਹ ਕਿਸਾਨਾਂ ਦਾ ਕੋਈ ਹਮੇਤੀ ਨਹੀਂ ਹੋ ਸਕਦਾ। ਸ਼ਾਂਤਮਈ ਤਰੀਕੇ ਨਾਲ ਜਿਹੜਾ ਪ੍ਰਦਰਸ਼ਨ ਆ ਉਹ ਇਸੇ ਤਰ੍ਹਾਂ ਜਿਹੜਾ ਜਾਰੀ ਰਹੂਗਾ। ਜੇ ਕਿਸੇ ਕੋਈ ਸ਼ਰਾਰਤੀ ਅਨਸਰ ਨੇ ਇਸ ਤਰ੍ਹਾਂ ਦੀ ਕੋਈ ਘੋਲ ਨੂੰ ਵਿਗਾੜਨ ਦੀ, ਤਾਰ ਪੀੜੋ ਕਰਨ ਦੀ ਕੋਸ਼ਿਸ਼ ਕੀਤੀ, ਉਹਦੀ ਉਹਨਾਂ ਨੇ ਜ਼ਿੰਮੇਵਾਰੀ ਦੋਨਾਂ ਸਰਕਾਰਾਂ ਤੇ ਸੁੱਟੀ ਆ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਜ਼ਿੰਮੇਵਾਰ ਹੋਏਗਾ। ਤੇ ਕਿਸਾਨ ਆ ਜਿਹੜਾ ਉਹ ਆਪਦਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਸੰਘਰਸ਼ ਆ ਉਹ ਲੜ ਰਹੇ ਨੇ। ਤੇ ਇਸੇ ਤਰੀਕੇ ਨਾਲ ਉਹ ਕਹਿੰਦੇ ਲੜ ਕੇ ਅਸੀਂ ਅਹਿਦ ਲਿਆ ਗਾ ਵੀ ਚਾਹੇ ਇਹ ਲੰਬਾ ਚੱਲੇ, ਮਹੀਨਾ ਚੱਲੇ, 2 ਮਹੀਨੇ ਚੱਲੇ, ਜਿੰਨਾ ਵੀ ਲੰਬਾ ਗਿਆ, ਤੇ ਇਹਨੂੰ ਅਸੀਂ ਆਪਣੇ ਤਰੀਕੇ ਨਾਲ ਦੇਸ਼ ਵਿਆਪੀ ਘੋਲ ਬਣਾ ਕੇ ਇਹ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਕਰਾਉਣ ਤੱਕ ਲੜਾਂਗੇ ਜੀ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਮਲਜੀਤ, ਸ਼ੁਕਰੀਆ ਜੀ। ਤੇ ਰੇਡੀਓ ਪੰਜਾਬ ਟੁਡੇ ਦਾ ਪ੍ਰੋਗਰਾਮ ਸ਼ਮਾਦਾਨ ਹੁਣ ਸਮਾਪਤੀ ਵੱਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਫਿਰ ਗੁਜ਼ਾਰਿਸ਼ ਕਰਦਿਆਂ ਕਿ ਕਿਸੇ ਵੀ ਵੀਰ ਨੇ ਰੇਡੀਓ ਪੰਜਾਬ ਟੁਡੇ ਦੇ ਐਡਵਰਟਾਈਜ਼ਮੈਂਟ ਦੇਣੀ ਹੈ ਤਾਂ ਬਹੁਤ ਹੀ ਰੀਜ਼ਨੇਬਲ ਰੇਟ ਨੇ ਜੀ ਸਾਡੇ। ਤੁਸੀਂ ਸਪੋਰਟ ਵੀ ਕਰੋ ਉਹਨਾਂ ਸਾਰੇ ਵੀਰਾਂ ਦੀ ਜਿਹੜੇ ਵੀਰ ਸਾਨੂੰ ਬਿਜ਼ਨਸ ਦਿੰਦੇ ਨੇ, ਕਿਉਂਕਿ ਦੇਖੋ ਤੁਹਾਡੇ ਨਾਲ ਆਪਣਾ ਪਰਿਵਾਰ ਹੈ। ਕਿਉਂਕਿ ਤੁਸੀਂ ਸਾਰੇ ਸਮਝਦੇ ਹੋ ਕਿ ਪੰਜਾਬ ਟੁਡੇ ਹਮੇਸ਼ਾ ਹੀ ਤੁਹਾਡੀਆਂ ਉਮੀਦਾਂ ਦੇ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਹੁਣ ਫਿਰ ਜਿਹੜਾ ਹੈ ਕੁਝ ਦੇਖਦੇ ਹਾਂ, ਸਮਾਂ ਕੱਢਦੇ ਹਾਂ, ਹੋਰ ਕਵਰੇਜ ਜਿਹੜੀ ਹੈ ਰੇਡੀਓ ਪੰਜਾਬ ਟੁਡੇ ਦੇ ਪੇਜ ਦੇ ਉੱਤੇ ਵਧਾਵਾਂਗੇ। YouTube ਚੈਨਲ ਤੇ ਭਾਰਤ ਦੇ ਸੰਘਰਸ਼ ਦੀਆਂ ਹੋਰ ਖਬਰਾਂ ਜਿਹੜੀਆਂ ਲਗਾਤਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਰ ਵੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਵੱਧ ਤੋਂ ਵੱਧ ਜਿਹੜੀ ਹੈ ਕਵਰੇਜ ਹੋਵੇ। ਪੰਜਾਬ ਦੇ ਮਾਝੇ ਦੇ ਵਿੱਚੋਂ ਤੇ ਦੁਆਬੇ ਦੇ ਵਿੱਚੋਂ ਵੀ ਜੇਕਰ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਨਾਲ ਕੋਈ ਭਰਾ ਵੀਰ ਜੁੜਨਾ ਚਾਹੁੰਦੇ ਨੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਨੇ 9780141741 ਤੇ 9780141741 ਤੇ ਤੁਸੀਂ ਜੁੜ ਸਕਦੇ ਹੋ। ਸੋ ਮੈਨੂੰ ਸਵਰਨ ਸਿੰਘ ਦਰਨੇ ਵਾਲਿਆਂ ਨੂੰ ਦਿਓ ਜੀ ਇਜਾਜ਼ਤ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸ਼ਮਾਦਾਨ।